सत श्री अकाल जी। ਅਸੀਂ ਖੜੇ ਹਾਂ ਪਿੰਡ ਦਲੇਰ ਸਿੰਘ ਵਾਲਾ ਦੇ ਵਿੱਚ। ਅੱਜ ਗੱਲ ਕਰਾਂਗੇ ਪਿੰਡ ਦਲੇਰ ਸਿੰਘ ਵਾਲਾ ਦੇ ਮੋੜੀ ਗੱਡਣ ਤੋਂ ਲੈ ਕੇ ਉਸ ਦੇ ਜਿਹੜੇ ਪਿੰਡ ਦੇ ਵਿੱਚ ਇਤਿਹਾਸ ਹੋਇਆਗਾ, ਯੋਧੇ ਹੋਏ ਨੇ, ਮਹਾਂਪੁਰਖ ਹੋਏ ਨੇਗੇ, ਉਹਨਾਂ ਦੀਆਂ ਗੱਲਾਂ ਹੋਣਗੀਆਂ। ਜੋ ਬਜ਼ੁਰਗਾਂ ਨੇ ਦੇਖਿਆ ਉਹਨਾਂ ਦੀਆਂ ਇੰਟਰਵਿਊਜ਼ ਆਪਣੀ ਡਾਕੂਮੈਂਟਰੀ ਦੇ ਵਿੱਚ ਹੋਣਗੀਆਂ। ਪਹਿਲਾਂ ਤਾਂ ਅਸੀਂ ਦੱਸਣਾ ਚਾਹਾਂਗੇ ਪਿੰਡ ਦੀ ਸ਼ੁਰੂਆਤ ਕਿਵੇਂ ਹੋਈ, ਪਿੰਡ ਦੀ ਮੋੜੀ ਕਿਵੇਂ ਗੱਡੀ ਗਈ। ਪਿੰਡ ਦਲੇਰ ਸਿੰਘ ਵਾਲਾ ਰੱਲਾ ਪਿੰਡ ਦੇ ਵਿੱਚੋਂ ਪਿੰਡ ਵੱਜਿਆਗਾ। ਰੱਲਾ ਪਿੰਡ ਦੇ ਵਿੱਚੋਂ ਬਜ਼ੁਰਗ ਆਏ, ਉਹਨਾਂ ਨੇ ਲਲੂਆਣੇ ਦੇ ਕੋਲ ਇੱਕ ਠੱਡਾ ਲਾਇਆ। ਉਸ ਤੋਂ ਬਾਅਦ ਠੱਡਾ ਲਾਉਂਦੇ ਇਸ ਪਿੰਡ ਦੇ ਵਿੱਚ ਆ ਗਏ ਤੇ ਪਹਿਲਾ ਘਰ ਸੀ ਜਿਹੜਾ ਉਹ ਸ਼ੇਖਿਆਣਾ ਦੇ ਵਿੱਚ ਪਿਆ। ਉਸ ਤੋਂ ਬਾਅਦ ਜਿਹੜੀ ਮੋੜੀ ਗੱਡੀ ਗਈ ਸੀ ਜਿੱਥੇ ਅਸੀਂ ਖੜੇ ਹੈਗੇ ਇਸ ਜੰਡ ਦੀ, ਇਹ ਮੋੜੀ ਸੀਗੀ। ਇੱਥੋਂ ਪਿੰਡ ਦੀ ਸ਼ੁਰੂਆਤ ਹੋਈ। ਉਸ ਤੋਂ ਬਾਅਦ ਪਿੰਡ ਮਿਸਤਰੀਆਂ ਦੇ ਬਜ਼ੁਰਗ ਆਏ, ਫਿਰ ਹੌਲੀ ਹੌਲੀ ਹੋਰ ਵੱਖ-ਵੱਖ ਕੌਮਾਂ ਜਾਤਾਂ ਦੇ ਲੋਕ ਇੱਥੇ ਲਿਆਂਦੇ ਗਏ ਤੇ ਫਿਰ ਪਿੰਡ ਦੀ ਸ਼ੁਰੂਆਤ ਹੋ ਗਈ। ਸਾਡੇ ਪਿੰਡ ਦਲੇਰ ਸਿੰਘ ਵਾਲਾ ਦਾ ਜੋ ਇਤਿਹਾਸ ਪਿਛੋਕੜ ਪਿੰਡ ਰੱਲੇ ਤੋਂ ਸਰਦਾਰ ਦਲੇਰ ਸਿੰਘ ਚਹਿਲ ਨਾਮ ਦੇ ਸ਼ਖਸ ਨੇ ਪਿੰਡ ਦੇ ਵਿੱਚ ਮੋੜੀ ਕੱਢ ਕੇ ਆਪਣੇ ਵੱਡੇ ਸਪੁੱਤਰ ਦੇ ਨਾਂ ਤੇ 1906 ਨੂੰ ਪਿੰਡ ਦੇਵਾਗੜ੍ਹ ਦੇ ਨਾਂ ਤੇ ਰੱਖਿਆ ਸੀਗਾ। ਉਹਨਾਂ ਦੇ 3 ਸਪੁੱਤਰ ਸੀਗੇ। ਵੱਡੇ ਸਪੁੱਤਰ ਦੇਵਾ ਸਿੰਘ, ਛੋਟੇ ਪੁੱਤਰ ਵਧਾਵਾ ਸਿੰਘ ਤੇ ਵਸਾਵਾ ਸਿੰਘ। ਇੱਕ ਉਹਨਾਂ ਦੀ ਬੇਟੀ ਇੰਦਰ ਕੌਰ ਸੀਗੀ। ਉਹਨਾਂ ਨੇ 1000 ਨਜ਼ਰਾਨੇ ਦੇ ਤੌਰ ਤੇ ਸਰਕਾਰ ਕੋਲ ਅਦਾ ਕੀਤੇ ਸੀਗੇ। ਜਿੱਥੇ ਸਰਦਾਰ ਦਲੇਰ ਸਿੰਘ ਚਹਿਲ ਨੇ ਮੋੜੀ ਗੱਡੀ ਸੀ, ਅੱਜ ਦੇ ਮੌਜੂਦਾ ਸਾਡੇ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਜੰਡ ਦੇ ਰੂਪ ਦੇ ਵਿੱਚ ਅੱਜ ਵੀ ਹਾਜ਼ਰ ਹੈ। ਮੌਕੇ ਤੇ ਹੈ, ਅੱਜ ਵੀ ਮੌਕੇ ਤੇ ਜੰਡ ਦੇ ਰੂਪ 'ਚ ਹੈ। ਤੇ ਉਹਨਾਂ ਦੇ 3 ਸਪੁੱਤਰਾਂ ਦੇ ਨਾਂ ਤੇ ਪਿੰਡ ਦੀਆਂ 3 ਪੱਤੀਆਂ ਬਣਾਈਆਂ ਗਈਆਂ ਸੀਗੀਆਂ। ਪਹਿਲੀ ਪੱਤੀ ਦੇਵਾ ਸਿੰਘ ਦੇ ਨਾਂ ਤੇ, ਦੂਜੀ ਵਸਾਵਾ ਸਿੰਘ ਦੇ ਨਾਂ ਤੇ, ਤੀਜੀ ਵਧਾਵਾ ਸਿੰਘ ਦੇ ਨਾਂ ਤੇ ਪਿੰਡ ਦੀਆਂ 3 ਪੱਤੀਆਂ ਬਣੀਆਂ ਸੀਗੀਆਂ। 3 ਹੀ ਪਿੰਡ ਦੇ ਨੰਬਰਦਾਰ ਬਣੇ ਸੀਗੇ। ਸਾਡੇ ਦਲੇਰ ਸਿੰਘ ਨੇ ਵੱਖ-ਵੱਖ ਪਿੰਡਾਂ ਤੋਂ, ਵੱਖ-ਵੱਖ ਧਰਮਾਂ ਦੇ, ਵੱਖ-ਵੱਖ ਜਾਤਾਂ ਦੇ, ਗੋਤਾਂ ਦੇ ਲੋਕਾਂ ਨੂੰ ਲਿਆ ਕੇ ਇਸ ਪਿੰਡ ਦੇ ਵਿੱਚ, ਇਸ ਪਿੰਡ ਨੂੰ ਉਹਨਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਵੱਖਰੀਆਂ ਧਰਮਾਂ ਤੇ ਜਾਤਾਂ ਦੇ ਲੋਕਾਂ ਨੂੰ ਲਿਆ ਕੇ ਵਸਾਇਆ ਸੀਗਾ। ਹੁਣ ਅੱਜ ਇਸ ਟਾਈਮ ਸਾਡੇ ਪਿੰਡ ਦੀ ਜਿਹੜੀ ਟੋਟਲ ਆਬਾਦੀ ਹੈ ਉਹ ਤਕਰੀਬਨ 4000 ਦੇ ਕਰੀਬ ਹੈ। ਤੇ ਜਿਹੜਾ ਸਾਡੇ ਪਿੰਡ ਦਾ ਖੇਤਰਫਲ ਰਕਬਾ ਉਹ 2200 ਏਕੜ ਦੇ ਕਰੀਬ ਹੈ। ਤੇ ਸਾਡਾ ਜਿਹੜਾ ਪਿੰਡ ਦਾ ਪਹਿਲੀ ਚੋਣ 1955-56 ਦੇ ਕਰੀਬ ਪਿੰਡ ਦੀ ਪੰਚਾਇਤੀ ਚੋਣ ਹੋਈ ਸੀਗੀ, ਜੋ ਕਿ ਪਿੰਡ ਦੇ ਮਿਸਤਰੀ ਭਾਈਆਂ ਦੇ ਵਿੱਚੋਂ ਸਰਦਾਰ ਵੀਰ ਸਿੰਘ ਜੀ ਸਰਪੰਚ ਬਣੇ ਸੀਗੇ। ਪਿੰਡ ਆਪਣਾ ਭਾਈ ਪਟਿਆਲਾ ਰਹਿ ਕੇ ਰਾਜਾ ਨਰਿੰਦਰ ਸਿੰਘ ਦਾ ਭਾਈ ਰੱਲੇ ਵੀ ਹੈ ਸੀ। ਦੇਵਾ ਸਿੰਘ ਉਹਦਾ ਭਤੀਜਾ ਸੀ ਉਸ ਲੜਕੀ ਦਾ। ਦੇਵਾ ਸਿੰਘ ਦੇ ਨਾਮ ਤੇ ਫਿਰ ਉਹਨੇ ਇੱਥੇ ਪਿੰਡ ਬੰਨ੍ਹਿਆ ਆਪਣਾ 1904 ਦੇ ਵਿੱਚ। 1904 ਦੇ ਵਿੱਚ ਜਦੋਂ ਪਿੰਡ ਬੰਨ੍ਹਿਆ ਆਪਣੇ, ਜਿੱਥੇ ਸੇਖਿਆਣਾ ਜਿਹਨੂੰ ਕਹਿੰਦੇ ਆਪਾਂ, ਬੱਪੀਆਂ ਛੱਕ ਦੇ ਚੌਂਕ ਦੇ ਕੋਲ ਆ, ਉਹਨੂੰ ਸੇਖਿਆਂ ਦਾ ਨਾਮ ਦਿੱਤਾ ਜਾਂਦਾ ਸੀ ਬੰਨੇ ਨੂੰ। ਉੱਥੇ ਜਾ ਕੇ ਬੈਠੇ ਪਹਿਲਾਂ, ਉੱਥੇ ਜਾ ਕੇ ਬੈਠੇ, ਸਵਾਦ ਹੋਏ, ਲੋਕ ਆਏ, ਸਾਡੇ ਬਜ਼ੁਰਗ ਵੀ ਆਏ, ਫਾਦਰ ਸਿੰਘ ਹੋਰੀ, ਮਹਿਤਾਬ ਸਿੰਘ ਹੋਰੀ, ਕੰਮ ਕਰਨ ਵਾਸਤੇ, ਜਵਾਨ ਡੰਗਣ ਵਾਸਤੇ। ਸਾਲ ਭਰ ਇੱਕ ਉੱਥੇ ਬੈਠੇ ਰਹੇ। 5-7 ਲੋਕ ਵੀ ਇਹਨਾਂ ਲਿਆਂਦੇ, ਝਾੜੋਂ ਤੇ ਆਪਣਾ ਆਹ ਕੁੰਬੜਵਾਲ, ਹੀਰੋਂ ਤੇ ਕੁਝ ਲੋਕ ਪੱਖੋ ਕਲਾਂ ਤੋਂ ਵੀ ਆਏ। ਇਹ ਲਿਆ ਕੇ ਨਾ ਵਸਾਏ ਬਾਗੇ ਤੋਂ ਆਏ ਆਪਣੇ ਕਈ ਘਰ। ਉੱਥੇ ਜਦੋਂ ਦੇਖਿਆ ਵੀ ਕੰਮ ਚੱਲਿਆ ਨਾ ਦਾ, ਜੇ ਨਾ ਚੱਲਿਆ ਕੰਮ ਤਾਂ ਫਿਰ ਉਹਨਾਂ ਨੇ ਇੱਥੇ ਪਿੰਡ ਜਿੱਥੇ ਆਪਣਾ ਹੁਣ ਧਰਮਸ਼ਾਲਾ ਹੈ, ਇੱਥੇ ਮੋੜੀ ਗੱਡੀ, ਉਹ ਮੋੜੀ ਹੁਣ ਮੌਜੂਦ ਆ ਜੰਡ ਦੀ ਮੋੜੀ। ਇੱਥੇ ਪਿੰਡ ਵਸਿਆ। ਇੱਥੇ ਪਿੰਡ ਵਸਣੇ ਕਰਕੇ ਫਿਰ ਇਹਨਾਂ ਦੇਵਾ ਸਿੰਘ ਨੇ ਆਪਦੇ ਨਾਂ ਦੇ ਉੱਤੇ ਦੇਣ ਵਾਲਾ ਸਿੰਘ ਬਣਾਇਆ। ਪਹਿਲਾਂ ਦੇਵਾਗੜ੍ਹ ਚੱਲਦਾ ਸੀ ਇਹਦਾ ਨਾਮ ਕਾਗਜ਼ਾਂ ਦੇ ਵਿੱਚ। ਸ਼ਹੀਦ ਬਦਨ ਸਿੰਘ ਗਦਰ ਲਹਿਰ ਨਾਲ ਸੰਬੰਧਿਤ ਸਨ। ਉਹਨਾਂ ਦਾ ਜਨਮ ਪਿੰਡ ਦਲੇਰ ਸਿੰਘ ਵਾਲਾ ਦੇ ਵਿੱਚ 1864 ਈਸਵੀ ਨੂੰ ਹੋਇਆ। 1907 ਦੇ ਵਿੱਚ ਉਹ ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਚਲੇ ਗਏ ਸਨ। ਉੱਥੇ ਉਹਨਾਂ ਨੇ ਗਦਰ ਲਹਿਰ ਨਾਲ ਸੰਬੰਧਿਤ ਸਰਗਰਮੀਆਂ ਸ਼ੁਰੂ ਕੀਤੀਆਂ। 1914 ਦੇ ਵਿੱਚ
ਅੰਗਰੇਜ਼ਾਂ ਦੇ ਪੁਲਿਸ ਸਟਾਟ ਬੇਲਾ ਸਿੰਘ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਤੇ ਜਿਨ੍ਹਾਂ ਦੀ ਯਾਦਗਾਰ ਨੂੰ ਸੰਤ ਗੁਰਮੁਖ ਸਿੰਘ ਜੀ ਨੇ ਪਿੰਡ ਦੇ ਵਿੱਚ ਲਿਆਂਦਾ, ਹਰ ਸਾਲ ਉਹਨਾਂ ਦੀ ਹੁਣ ਯਾਦਗਾਰ ਮਨਾਈ ਜਾਂਦੀ ਆ। ਤੇ ਪਿੰਡ ਲਈ ਮਾਣ ਵਾਲੀ ਗੱਲ ਇਹ ਵੀ ਆ ਕਿ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹਨਾਂ ਦੀ ਤਸਵੀਰ ਵੀ ਸੁਸ਼ੋਭਿਤ ਕੀਤੀ ਗਈ ਹੈ। ਤੇ ਗਦਰ ਲਹਿਰ ਨਾਲ ਸੰਬੰਧਿਤ ਪਹਿਲੇ ਸ਼ਹੀਦ ਬਦਨ ਸਿੰਘ ਨੂੰ ਪਿੰਡ ਸਦਾ ਲਈ ਯਾਦ ਰੱਖੇਗਾ। ਇਹ ਸ਼ਹੀਦ ਬਦਨ ਸਿੰਘ ਗਾਦਰ ਪਾਰਟੀ ਦੇ ਪਹਿਲੇ ਸ਼ਹੀਦ ਵਾਂਗੂ ਗਿਣੇ ਜਾਂਦੇ ਨੇ। ਤੇ ਇਹਨਾਂ ਦਾ ਜਨਮ ਪਿੰਡ ਦਲੇਰ ਸਿੰਘ ਵਾਲੇ 'ਚ ਹੋਇਆ ਤੇ ਜਵਾਨੀ ਤੱਕ ਰਹੇ ਖੇਤੀਬਾੜੀ ਕਰਦੇ ਰਹੇ 20 ਸਾਲ ਦੀ ਉਮਰ ਤੱਕ। ਫਿਰ ਇਹ ਪਾਲਟਨ 'ਚ ਹੋ ਗਈ। ਪਾਲਟਨ 'ਚੋਂ ਫਿਰ ਘਰੇ ਆ ਗਏ। ਘਰੋਂ ਆ ਕੇ ਫਿਰ ਇਹ ਹਾਂਗਕਾਂਗ ਜਿਨ੍ਹਾਂ ਨੇ ਜੇਲ੍ਹ ਗਾਰਡ ਦੀ ਨੌਕਰੀ ਕਰਨੀ, ਉੱਥੋਂ 5 ਸਾਲ ਦਾ ਐਗਰੀਮੈਂਟ ਪੂਰਾ ਕਰਕੇ ਫਿਰ ਇਹ 1907 'ਚ ਕਨੇਡਾ ਵਗ ਗਏ। ਉੱਥੇ ਇਹ ਲੱਕੜ ਦੇ ਕਾਰਖਾਨੇ ਪੋਸਟ ਮੁੰਡੀ ਹੈ ਉਹ 'ਚ ਕੰਮ ਕਰਦੇ ਰਹੇ। ਤੇ ਵਿਹਲੇ ਟਾਈਮ 'ਚ ਬੈਨਕੋਪਰ ਆ ਜਾਂਦੇ, ਹੌਲੀ ਰੋਜ਼ ਬੈਨਕੋਪਰ ਆਉਣ ਤੇ ਫਿਰ ਇਹਨਾਂ ਦੀ ਸੰਗਤ ਭਾਈ ਭਾਗ ਸਿੰਘ ਹੋਰਾਂ ਨਾਲ ਹੋਈ ਤੇ ਉੱਥੇ ਫਿਰ ਇਹ ਵਿੱਚ ਦੇਸ਼ ਦੀਆਂ ਗੱਲਾਂ ਵੀ ਕਰਦੇ ਰਹਿੰਦੇ ਸੀ। ਫਿਰ ਟਾਈਮ ਪਾ ਕੇ ਫਿਰ ਇਹਨਾਂ ਨੇ ਗਾਦਰ ਪਾਰਟੀ, ਗਾਦਰ ਤਾਂ ਉਹਦਾ ਨਾਂ ਪਿੱਛੋਂ ਟਿਕਿਆ, ਉਹਦੇ ਅਖਬਾਰ ਦੇ ਨਾਂ 'ਤੇ ਗਾਦਰ ਅਖਬਾਰ ਕੱਢਿਆ ਸੀ। ਤੇ ਇੰਡੀਅਨ ਪੈਸੀਫਿਕ ਕੋਸਟ ਪਤਾ ਨਹੀਂ ਇਹੋ ਜਿਹਾ ਨਾਂ ਸੀ ਜਥੇਬੰਦੀ ਦਾ। ਫਿਰ ਇਹ ਉਹ ਅਖਬਾਰ ਦੇ ਨਾਂ 'ਤੇ ਗਾਦਰ ਪਾਰਟੀ ਵੱਜਣ ਲੱਗ ਗਈ। ਫਿਰ ਇਹ ਭਈ ਇਹਨਾਂ ਨੇ ਕਰਤਾ ਵੀ ਆਪਾਂ ਮੁਲਕ ਜਾਣ ਕਰਾਉਣ ਨੂੰ ਪਿੰਡ ਹਿੰਦੁਸਤਾਨ ਨੂੰ ਚੱਲ ਗਏ। ਤੇ ਵਿੱਚ ਜਿਹੜੇ ਹਾਪਕਿੰਸਨ ਬੇਲਾ ਇਹ ਲਹਿਰ ਨੂੰ ਖਰਾਬ ਕਰਨ 'ਤੇ ਲੱਗ ਗਏ। ਉਹ ਇੱਕ ਦਿਨ ਕੋਈ ਸਿੰਘ ਆਤਮਾ ਸਿੰਘ ਦੱਸਦੇ ਨੇ ਸੁਰਗਵਾਸ ਹੋ ਗਿਆ ਕੁਦਰਤੀ, ਉਹਨੂੰ ਸੰਸਕਾਰ ਕਰਕੇ ਗੁਰਦੁਆਰੇ ਆ ਬੈਠੇ। ਗੁਰਦੁਆਰੇ ਜਦੋਂ ਪਾਠ ਕਰਕੇ ਨਾਮਸਕਾਰਨ ਕਰਨ ਲੱਗੇ, ਉਹ ਬੇਲਾ ਨੂੰ ਪੜ੍ਹ ਕੇ ਪਿਸਤੌਲ ਇਹਦੇ ਬਾਬੇ ਭਾਗ ਸਿੰਘ ਦੇ ਮਗਰ ਆ ਬੈਠਾ। ਉਹ ਜਦੋਂ ਸੰਗਤ ਐ ਝੁਕੀ, ਉਹਨੇ ਮਗਰ ਗੋਲੀ ਮਾਰੀ ਭਾਗ ਸਿੰਘ ਦੀ। ਉਹ ਹੋਰਾਂ ਤਾਂ ਆਪਣਾ ਦਾਫੜੀ ਪਈ ਗੋਲੀ ਚੱਲਣ ਕਰਕੇ। ਤੇ ਇਹ ਸਾਡਾ ਬਾਬਾ ਬਦਨ ਸਿੰਘ ਨੂੰ ਪਤਾ ਲੱਗ ਗਿਆ, ਉਹਨੇ ਲਲਕਰਾ ਮਾਰਤਾ ਤੇ ਉਹਨੂੰ ਫੜਨ ਨੂੰ ਗਾਹਾਂ ਵਧਿਆ। ਇਹਦੇ ਵੀ ਜਾਂਦੇ ਜਾਂਦੇ 6-7 ਗੋਲੀਆਂ ਲੱਗ ਗਈਆਂ, ਪਰ ਉਹਨੂੰ ਧੌਣੋਂ ਜਾ ਫੜਿਆ ਡੇਰੀ ਤੋਂ ਵਿੱਚ। ਤੇ ਜਦੋਂ ਫਿਰ ਉਹ ਧੱਕਾ ਦੇ ਕੇ ਸਮਝ ਲਓ ਇਹਨੂੰ ਸਿੱਟ ਗਿਆ, ਭੱਜ ਕੇ ਚਲੋ ਦੋਨਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ, ਭਾਗ ਸਿੰਘ ਤੇ ਬਦਨ ਸਿੰਘ ਨੂੰ, ਪਰ ਇਹ ਬਚ ਨਾ ਸਕੇ। ਫਿਰ ਇਹ 5 ਸਤੰਬਰ ਨੂੰ ਦੋਨੇ ਜਣੇ ਸ਼ਹੀਦੀਆਂ ਪਾ ਗਏ। ਗਾਦਰ ਪਾਰਟੀ ਦੇ ਮੋਢੀ ਗਾਦਰੀ ਸ਼ਹੀਦ ਨੇ। ਕਾਮਰੇਡ ਧਰਮ ਸਿੰਘ ਫੱਕਰ ਮੁਜ਼ਾਹਰਾ ਲਹਿਰ ਦੇ ਸਿਰਕੱਢ ਆਗੂਆਂ ਵਿੱਚੋਂ ਇੱਕ ਸਨ, ਜਿਨ੍ਹਾਂ ਦਾ ਜਨਮ 1902 ਨੂੰ ਮਾਤਾ ਪ੍ਰੇਮ ਕੌਰ ਦੀ ਕੁੱਖੋਂ ਹੀਰਾ ਸਿੰਘ ਦੇ ਘਰ ਪਿੰਡ ਦਲੇਰ ਸਿੰਘ ਵਾਲਾ ਦੇ ਵਿੱਚ ਹੋਇਆ। ਉਹਨਾਂ ਨੇ 784 ਪਿੰਡਾਂ ਦੀ ਵੰਡਾਈ ਨੂੰ ਤੜਵਾਇਆ। 1973 ਤੱਕ ਉਹ ਆਪਣੇ ਆਖਰੀ ਸਵਾਸਾਂ ਤੱਕ ਕਿਸਾਨੀ ਸੰਘਰਸ਼ ਦੇ ਲਈ ਆਪਣੇ ਜੀਵਨ ਨੂੰ ਉਹਨਾਂ ਨੇ ਸਮਰਪਿਤ ਕੀਤਾ, ਜਿਨ੍ਹਾਂ ਦੀ ਦੇਣ ਬਾਖੂਬੀ ਕਿਸਾਨੀ ਸੰਘਰਸ਼ ਲਈ ਮੰਨੀ ਜਾਂਦੀ ਹੈ। ਬਾਬਾ ਧਰਮ ਸਿੰਘ ਫੱਕਰ ਜੀ ਦਾ ਜੀਵਨ, ਇਹਨਾਂ ਦਾ ਪਿਛੋਕੜ ਹਰੀਕੇ ਬੁਰਜ, ਪਿਤਾ ਹੀਰਾ ਸਿੰਘ, ਮਾਤਾ ਪ੍ਰੇਮ ਕੌਰ ਦੇ ਘਰ ਹੋਇਆ। ਉਹ ਜਦੋਂ ਇੱਥੇ ਆਏ, ਜਦੋਂ ਪਿੰਡ ਵਸਾਇਆ, ਉੱਥੇ ਲੈ ਕੇ ਦੇਖੋ ਕਿਸਾਨਾਂ ਨੂੰ ਫਿਰ ਇਹ ਆਏ। ਬਾਬਾ ਹੀਰਾ ਸਿੰਘ ਵੀ ਉਹਨਾਂ ਕਿਸਾਨਾਂ ਦੇ ਨਾਲ ਲੈ ਕੇ ਆਏ ਵੀ ਉੱਥੇ ਕੰਮ ਕਰਨਾ ਹੈ, ਤੁਸੀਂ ਨਾਲ ਚੱਲੋ। ਉੱਥੇ ਕਿਸੇ ਹਿੱਸੇਬੰਦੀ ਉਹਨਾਂ ਜ਼ਮੀਨ ਦਿੱਤੀ ਗਈ, ਖੇਤੀ ਕਰਦੇ। 6-7 ਸਾਲ ਦੇ ਬਾਅਦ ਇਹ ਹੀਰਾ ਸਿੰਘ ਦੀ ਚੜ੍ਹਾਈ ਕਰ ਗਈ। ਚੜ੍ਹਾਈ ਕਰਨੇ ਕਰਕੇ ਇਹਨਾਂ ਦੀ ਉਮਰ ਉਦੋਂ ਇਸ ਸਮੇਂ 'ਤੇ 6 ਸਾਲ ਦੀ ਸੀ। 5 ਸਾਲ ਦੀ 6 ਸਾਲ ਦੀ ਉਮਰ ਸੀ ਜਦੋਂ ਦੇਖਿਆ ਮਾਤਾ ਜੀ ਨੇ ਵੀ ਨਾ ਪੜ੍ਹਾਈ ਦਾ ਇੱਥੇ ਕੋਈ ਸਕੂਲ ਹੈ, ਨਾ ਕੋਈ ਹੋਰ ਹੈ, ਨਾ ਪੜ੍ਹਾਉਣਾ ਚਾਹਿਆ। ਮਾਤਾ ਬੜੇ ਉੱਚੇ ਖਿਆਲਾਂ ਵਾਲੀ ਸੀ ਪ੍ਰੇਮ ਕੌਰ ਜੀ।
ਇਹਨਾਂ ਦੀ ਇੱਕ ਭੈਣ ਸੀ, ਤਾਏ ਦੀ ਭੈਣ, ਉਹ ਹੰਡਿਆਏ ਵਿਆਹੀ ਹੋਈ ਸੀ। ਹੰਡਾਇਆ ਇੱਕ ਮਾਲਕਾਂ ਦਾ ਪਿੰਡ ਸੀ, ਉਹ ਖੁਦ ਜ਼ਿਮੀਂਦਾਰਾਂ ਦਾ। ਉੱਥੇ ਕੋਈ ਵੰਡਾਈ ਨਹੀਂ ਸੀ, ਉੱਥੇ ਸਕੂਲ ਹੈਗਾ ਸੀ। ਉੱਥੇ ਪੜ੍ਹੇ, ਸਾਲ ਡੇਢ ਸਾਲ ਪੜ੍ਹਿਆ, ਪਰ ਉੱਥੇ ਫਿਰ ਮਾਤਾ ਨੇ ਇੱਥੇ ਪਿੰਡ ਬੁਲਾ ਲਿਆ ਉਹਨਾਂ ਨੂੰ। ਪਿੰਡ ਬੁਲਾ ਕੇ ਫਿਰ ਖਿਆਲੇ ਸਕੂਲ ਦੇ ਵਿੱਚ ਇਹਨਾਂ ਦਾ ਦਾਖਲਾ ਦਿਵਾ ਦਿੱਤਾ। ਇੱਥੇ ਇਹਨਾਂ ਨੇ ਚੌਥੀ ਜਮਾਤ ਤਾਈਂ ਪੜ੍ਹਾਈ ਕੀਤੀ। ਉਰਦੂ ਅਤੇ ਪੰਜਾਬੀ, ਹਿੰਦੀ ਚੰਗੀ ਤਰ੍ਹਾਂ ਦੇ ਵਾਕਫ ਤੇ ਇਹ। ਕੁਛ ਨਾ ਕੁਛ ਅੰਗਰੇਜ਼ੀ ਵੀ ਬੋਲਦੇ ਸੀ, ਪੜ੍ਹ ਲੈਂਦੇ ਤੇ, ਬੁੱਧੀ ਤੇਜ਼ ਤੇ ਇਹਨਾਂ ਦੀ। ਉਸ ਤੋਂ ਬਾਅਦ ਫਿਰ ਇਹਨਾਂ ਦਾ ਭਾਈ ਰੁਜ਼ਗਾਰ ਚਲਾਉਣਾ ਬਹੁਤ ਮੁਸ਼ਕਿਲ ਹੋ ਗਿਆ। ਇਹ ਆਪਣੇ ਮਾਮਾ ਜੀ ਨਾਲ ਇਰਾਨ ਚਲੇ ਗਏ ਕੰਮਕਾਰ ਵਾਸਤੇ। ਉੱਥੇ ਲੱਕੜੀ ਦਾ ਕੰਮ, ਫਰਨੀਚਰ ਦਾ ਕੰਮ ਇਹਨਾਂ ਨੇ ਕੀਤਾ। ਉਸ ਤੋਂ ਬਾਅਦ ਫਿਰ ਬਰਮਾ ਚਲੇ ਗਏ, ਉੱਥੇ 2 ਸਾਲ ਉੱਥੇ ਲਾਏ। ਉਸ ਤੋਂ ਬਾਅਦ ਜਦੋਂ ਵਾਪਸ ਆਏ, ਇਹ ਮਜਾਰਾ ਲਹਿਰ ਉਸ ਟਾਈਮ 'ਤੇ ਜ਼ੋਰ ਫੜ ਰਹੀ ਸੀ ਆਪਣੇ ਪੰਜਾਬ ਦੇ ਵਿੱਚ। ਉਸ ਤੋਂ ਬਾਅਦ ਇਹਨਾਂ ਨੇ ਫਿਰ ਇਹ ਹਿੱਸਾ ਲੈਣਾ ਸ਼ੁਰੂ ਕੀਤਾ। ਉਹ ਪਰਜਾ ਮੰਡਲ ਦੇ ਵਿੱਚ ਪਹਿਲਾਂ ਇੱਥੇ ਬਹੁਤ ਗੁਰਦੁਆਰਾ ਲਹਿਰ ਚੱਲ ਰਹੀ ਸੀ। ਉਹਨਾਂ ਸੋਚਿਆ ਵੀ ਪਹਿਲਾਂ ਇਹ ਆਪਾਂ ਕੰਮ ਕਰੀਏ। ਠੀਕਰੀ ਵਾਲੇ ਸਦੇ ਪ੍ਰਧਾਨ ਤੇ ਪਹਿਲਾਂ ਸੇਵਾ ਸਿੰਘ ਠੀਕਰੀ ਵਾਲਾ ਵੀ ਪਰਜਾ ਮੰਡਲ ਦੇ ਪ੍ਰਧਾਨ ਸਨ। ਉਹਨਾਂ ਤੋਂ ਪ੍ਰਭਾਵਿਤ ਹੋ ਕੇ ਫਿਰ ਇਹਨਾਂ ਵਿੱਚ ਪਰਜਾ ਲਹਿਰ ਮੰਡਲ ਦੇ ਵਿੱਚ ਹਿੱਸਾ ਲਿਆ। ਹਿੱਸਾ ਲੈਣ ਤੋਂ ਬਾਅਦ ਸੈਕਟਰੀ ਵੀ ਰਹੇ, ਉੱਚਾ ਅਹੁਦਾ ਵੀ ਰਿਹਾ ਇਹਨਾਂ ਕੋਲੇ। ਬਹੁਤ ਤਰੱਕੀ ਕੀਤੀ, ਬਹੁਤ ਕੰਮ ਕਾਰ ਕੀਤੇ, ਅਣਥੱਕ ਮਿਹਨਤ ਦੇ ਨਾਲ ਇਹਨਾਂ ਨੇ ਕੰਮ ਕੀਤਾ ਪਾਰਟੀ ਦੇ ਵਿੱਚ। ਉਸ ਤੋਂ ਬਾਅਦ ਫਿਰ ਮਜਾਰਾ ਲਹਿਰ ਜ਼ੋਰ ਫੜਦੀ ਗਈ ਤਾਂ ਫਿਰ ਉਹਦੇ ਵਿੱਚ ਇਹ ਆ ਕੇ ਹਿੱਸਾ ਲਿਆ। ਜਦੋਂ ਆ ਕੇ ਐਨ ਜਮਾ ਤਨੋ ਮਨੋ ਹੋ ਕੇ ਲੋਕਾਂ ਦੀ ਸੇਵਾ ਕੀਤੀ। ਸੇਵਾ ਕਰਨੇ ਕਰਕੇ ਇਸ ਸਮੇਂ ਦੇ ਵਿੱਚ ਉਦੋਂ 784 ਪਿੰਡ ਦੇ ਸੇਵਾਦਾਰਾਂ ਦੇ ਸਨ। ਮਜਾਰਾ ਲਹਿਰ ਦੇ ਸਾਰੇ ਜਿੰਨੇ ਕਿਸਾਨ ਤੇ ਬਹੁਤ ਦੁਖੀ ਤੇ, ਉਸ ਦਾ ਦੁੱਖ ਦੂਰ ਕਰਨ ਵਾਸਤੇ ਇਹਨੇ ਫਿਰ ਮਜਾਰਾ ਲਹਿਰ ਦੇ ਲੀਡਰਾਂ ਦੇ ਨਾਲ ਸਲਾਹ ਮਸ਼ਵਰੇ ਕਰਕੇ ਆਪਣਾ ਕੰਮ ਆਰੰਭਿਆ, ਜੋ ਕਿ ਆਪਣੇ ਕੰਮ ਦੇ ਵਿੱਚ ਉਹ ਸਫਲ ਪ੍ਰਾਪਤ ਹੋਇਆ। ਮੈਂ ਸਭ ਤੋਂ ਪਹਿਲਾਂ ਉਹਨਾਂ ਦੀ ਤਾਰੀਫ ਇਹ ਕਰਦਾ ਕਿ ਉਹ ਲੋਭੀ ਨਹੀਂ ਸੀ ਬਿਲਕੁਲ। ਇਸ ਲੋਭ ਨੂੰ ਤਿਆਗਿਆ ਹੋਇਆ ਸੀ। ਉਹ ਲੋਕਾਂ ਦੀ ਲੜਾਈ ਨੂੰ ਪਹਿਲ ਦਿੰਦਾ ਸੀ, ਲੋਭ ਨੂੰ ਕੋਈ ਤਰਜੀਹ ਨਹੀਂ। ਇਹ ਉਹਦੀ ਪਹਿਲੀ। ਫਿਰ ਸਾਡੇ ਅਸੀਂ ਇੱਥੇ ਜਦੋਂ 47 ਵਾਲੇ ਗੁਰਦੁਆਰਾ ਬਣਾਇਆ ਅਤੇ ਮੈਂ ਉਹਨੂੰ ਲੈਕਚਰ ਦੇਣ ਲਈ ਖੜ੍ਹਾ ਕਰਤਾ। ਉਹਨੇ ਗੁਰੂ ਗੋਬਿੰਦ ਸਿੰਘ ਦੀ ਜਿਹੜੀ ਲਾਈਨ ਸੀ ਉਹ ਸਾਡੇ ਸੱਖੀ ਤੱਕ ਵੀ ਉਹ ਇੱਕ ਬੰਦਾ ਸੀ ਜਿਹੜਾ ਗਰੀਬਾਂ ਲਈ ਲੜਿਆ, ਗਰੀਬਾਂ ਦੀ ਇਮਦਾਦ ਕੀਤੀ। ਬੰਦੇ ਬਹਾਦਰ ਨੇ ਸਭ ਤੋਂ ਪਹਿਲਾਂ ਮੁਜ਼ਾਰਿਆਂ ਨੂੰ ਮਾਲਕੀ ਦੇਣ ਲਈ ਇੱਕ ਆਪਣੇ ਬੰਦੇ ਬਹਾਦਰ ਦਾ ਨਾਅਰਾ ਸੀ ਸਭ ਤੋਂ ਪਹਿਲਾਂ ਵੀ ਮੁਜ਼ਾਰਿਆਂ ਨੂੰ ਮਾਲਕ ਬਣਾਓ। ਉਹ ਜਿਹੜਾ ਉਹਦਾ ਪ੍ਰਚਾਰ ਸੀ, ਉਹਨੇ ਮੈਨੂੰ ਥੋੜ੍ਹਾ ਜਿਹਾ ਧਰਮ ਨਾਲ ਵੀ ਜੋੜਿਆ ਵੀ ਧਰਮ 'ਚ ਵੀ ਕੋਈ ਚੀਜ਼ ਹੈਗੀ ਹੈ ਵੀ ਜਿਹੜੀ ਇਹ ਸਾਨੂੰ ਦੱਸਦੀ ਹੈ ਵੀ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਇਸ ਗੱਲ ਤੋਂ, ਇਹਨਾਂ ਦੀਆਂ ਲਾਈਨਾਂ ਤੋਂ, ਵੀ ਅਸੀਂ ਜ਼ੁਲਮ ਦੇ ਖਿਲਾਫ ਕਿੱਦਾਂ ਲੜ। ਧਰਮ ਸਿੰਘ ਫੱਕਰ ਹੌਲੀ ਹੌਲੀ ਬੋਲ। ਅੱਛਾ ਜੀ। ਕਿ ਲੀਡਰ ਇੰਨਾ ਚੰਗਾ ਸੀ, ਗੱਲ ਸੀ ਜਿੰਨਾ ਕਹਦੀ ਉਨਾ ਹੀ ਚੰਗਾ ਸੀ। ਬੜਾ ਮੋਹਰਾ ਬੰਦਿਆ, ਪਿਆਰਾ, ਪਤਲਾ ਅੰਗਦਾ ਸੀ, ਮੇਲੋਂ ਹੀ ਪਤਲਾ। ਬਹੁਤ ਜਾਣੇ ਫੱਕਰ ਚੰਗਾ ਬੰਦਾ। ਅਸੀਂ ਪਾਰਟੀ 'ਚ ਪਿਛੜੇ ਹਾਂ ਜੀ, ਬਹੁਤ ਪਿਛੜੇ ਹਾਂ। ਸੰਤ ਗੁਰਮੁਖ ਸਿੰਘ ਜੀ ਦਾ ਜਨਮ ਸੀ ਜਿਹੜਾ ਉਹ 6 ਜਨਵਰੀ 1896 ਨੂੰ ਪਿੰਡ ਦਲੇਰ ਸਿੰਘ ਵਾਲਾ ਦੇ ਵਿੱਚ ਹੋਇਆ ਸੀ। ਉਹਨਾਂ ਦਾ ਪਹਿਲਾ ਨਾਮ ਬਾਬੂ ਸਿੰਘ ਸੀਗਾ। ਸੰਤ ਆਦਰ ਸਿੰਘ ਜੀ ਮਸਤਮਾਣਾ ਤੋਂ ਉਹਨਾਂ ਨੇ ਅੰਮ੍ਰਿਤ ਛਕਣ ਤੋਂ ਬਾਅਦ ਆਪਣਾ ਨਾਮ ਗੁਰਮੁਖ ਸਿੰਘ ਰੱਖ ਲਿਆ ਸੀ। ਉਹ ਵੱਖ-ਵੱਖ ਲਹਿਰਾਂ ਦੇ ਵਿੱਚ ਰਹੇ। ਬੱਬਰ ਅਕਾਲੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਇਸ ਤੋਂ ਇਲਾਵਾ ਸਿੰਘ ਸਭਾ ਲਹਿਰ ਦੇ ਵਿੱਚ ਵੀ ਉਹ ਸਰਗਰਮ ਰਹੇ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਦੀਵਾਨ ਲਾਉਣੇ ਸ਼ੁਰੂ ਕੀਤੇ, ਹੋਰ ਪਿੰਡਾਂ 'ਚ ਦੀਵਾਨ ਲਾਉਣਾ ਸ਼ੁਰੂ ਕੀਤੇ। ਇੱਕ ਵਾਰ ਉਹਨਾਂ ਨੇ ਡੇਰਾ ਜੱਸਾ ਸਿੰਘ ਦੇ ਵਿੱਚ ਆਪਣੇ ਜਿਹੜੇ ਸੀ ਉਹ ਦੀਵਾਨਾਂ ਦੀ ਆਰੰਭਤਾ ਸ਼ੁਰੂ ਕਰ ਦਿੱਤੀ ਸੀਗੀ। ਡੇਰਾ ਜੱਸਾ ਸਿੰਘ ਤੋਂ ਉਹਨਾਂ ਨੇ ਆਪਣੇ ਜਿਹੜਾ ਧਰਮ ਪ੍ਰਚਾਰ ਸ਼ੁਰੂ ਕਰ ਦਿੱਤਾ ਸੀਗਾ। ਉਸ ਤੋਂ ਬਾਅਦ ਉਹ ਇੱਕ ਵਾਰ ਨਿਊਯਾਰਕ ਦੇ ਵਿੱਚ ਵੈਨਕੂਵਰ ਦੇ ਵਿੱਚ ਦੀਵਾਨ ਲਾਉਣ ਗਏ ਸੀਗੇ। ਉੱਥੇ ਉਹਨਾਂ ਨੇ ਕੀ ਦੇਖਿਆ ਕਿ ਸ਼ਹੀਦ ਬਦਨ ਸਿੰਘ ਦੀ ਫੋਟੋ ਲੱਗੀ ਹੋਈ ਸੀ, ਜੋ ਕਿ ਪਿੰਡ ਦਲੇਰ ਸਿੰਘ ਵਾਲਾ ਦੇ ਹੀ ਸਨ। ਜਦੋਂ ਉਹਨਾਂ ਨੇ ਦੇਖਿਆ ਕਿ ਵੀ ਇਹ ਸ਼ਹੀਦ ਬਦਨ ਸਿੰਘ ਸਾਡੇ ਹੀ ਪਿੰਡ ਦੇ ਨੇ ਤੇ ਰਿਸ਼ਤੇ 'ਚੋਂ ਮੇਰੇ ਚਾਚਾ ਜੀ ਲੱਗਦੇ ਨੇ, ਤਾਂ ਉਹਨਾਂ ਨੇ ਦੇਖਿਆ ਜੋ ਤਾਂ ਉਹਨਾਂ ਦੀ ਫੋਟੋ ਉਹਨਾਂ ਨੇ ਉੱਥੋਂ ਲਈ। ਫੋਟੋ ਲੈ ਕੇ ਪਿੰਡ ਆਏ। ਬੜੇ ਮਾਣ ਨਾਲ ਉਹਨਾਂ ਨੂੰ ਪੂਰਾ ਸਤਿਕਾਰ ਦਿੱਤਾ। ਪਿੰਡ ਦੇ ਵਿੱਚ ਦੀਵਾਨ ਲਾਏ ਤਾਂ ਪਿੰਡ ਦੇ ਲੋਕਾਂ ਨੂੰ ਸ਼ਹੀਦ ਬਦਨ ਸਿੰਘ ਬਾਰੇ ਪਹਿਲੀ ਵਾਰ ਉਹਨਾਂ ਨੇ ਜਾਣੂ ਕਰਵਾਇਆ। ਉਸ ਤੋਂ ਬਾਅਦ ਉਹਨਾਂ ਨੇ 1978 ਦੇ ਨੇੜੇ ਤੇੜੇ
ਪਿੰਡ ਦੇ ਵਿੱਚ ਇੱਕ ਟਰਸਟ ਬਣਾਇਆ ਜਿਹਦਾ ਨਾਂ ਸ਼ਹੀਦ ਬਦਨ ਸਿੰਘ ਟਰਸਟ ਰੱਖਿਆ। ਉਸ ਦੇ ਵਿੱਚੋਂ ਖੁਦ ਵੀ ਮੈਂਬਰ ਬਣੇ, ਹੋਰ ਬਹੁਤ ਸਾਰੇ ਮੈਂਬਰ ਬਣਾਏ ਜਿਨ੍ਹਾਂ ਬਾਰੇ ਜ਼ਿਕਰ ਅੱਗੇ ਕੁਝ ਜਾਣਕਾਰ ਕਰਨਗੇ। ਤੇ ਉਸ ਟਰਸਟ ਨੂੰ ਆਪਣੀ 21 ਕਿੱਲੇ ਜ਼ਮੀਨ ਉਹਨਾਂ ਨੇ ਦਾਨ ਕਰ ਦਿੱਤੀ। ਉਸ ਤੋਂ ਬਾਅਦ ਨਿਊਯਾਰਕ ਦੇ ਵਿੱਚ ਉਹਨਾਂ ਦੀ 1984 ਦੇ ਵਿੱਚ ਡੈਥ ਹੋ ਗਈ ਸੀ, ਸੁਰਗਵਾਸ ਹੋ ਗਈ ਸੀ। ਮੇਰੀ ਘਲਾੜੀ ਦੀ ਵਾਰੀ ਸੀ। ਹਾਂਜੀ 9 ਦਿਨ ਮੀਂਹ ਪਈ ਗਿਆ। ਹਾਂਜੀ 9 ਦਿਨਾਂ ਤੋਂ ਇੱਕ ਦਿਨ ਮੈਂ ਪਿਛਲੇ ਜੇ ਪੈਰ ਵਗ ਗਿਆ ਤੋਂ ਮੰਗਰੋ ਹਾਂਜੀ ਢਾਈ ਚ ਬੋਲੀ ਜਾਂਦਾ ਇਹ 4 ਦਿਨ ਬੋਲਿਆ। ਹਾਂਜੀ ਪਿੰਡ ਨੂੰ ਰੋਟੀ ਵੀ ਗਈ ਇਹਨੇ। ਹਾਂਜੀ ਤੇ ਉਸ ਤੋਂ ਬਾਅਦ ਫਿਰ ਯਾਨੀ ਇਹਦੀਆਂ ਗੱਲਾਂ ਸੁਣਾਈਆਂ, ਕਹਿੰਦਾ ਲੋਕੋ ਹਾਂਜੀ। ਉੱਥੇ ਪਾਸੇ ਨਾ ਜਾਓ, ਹਾਂਜੀ ਤੁਸੀਂ ਗੁਰੂ ਵਾਲੇ ਬਣੋ। ਹਾਂਜੀ ਉਹ 60 ਜੀ ਤੇ ਓਏ ਹਾਂਜੀ ਸਾਡੇ 60 ਜੀ ਤੇ ਸਾਡੇ 60 ਮਰ ਗਏ। ਹਾਂਜੀ ਫਿਰ ਕਹਿੰਦਾ 3 ਜੀ ਰਹਿ ਗਏ, ਹਾਂਜੀ ਮੇਰਾ ਮੁੰਡਾ ਮਰ ਗਿਆ, ਘਰ ਵਾਲੀ ਮਰ ਗਈ। ਹਾਂਜੀ ਫਿਰ ਮੈਂ ਤਾਂ ਚੱਕ ਕੇ ਚੱਲੀ ਅੰਮ੍ਰਿਤਸਰ ਵੱਲ। ਹਾਂਜੀ ਅੰਮ੍ਰਿਤਸਰ ਬੜਾ ਪੜਿਆ, ਹਾਂਜੀ ਬਹੁਤ ਪੜਿਆ। ਹਾਂਜੀ ਪੜ ਕੇ ਪਟਿਆਲੇ ਆ ਗਿਆ। ਹਾਂਜੀ ਪਟਿਆਲੇ ਆ ਕੇ ਮੈਂ ਕਹਿੰਦਾ ਭੂਪਿੰਦਰ ਰਾਜੇ ਨੂੰ ਕਿਹਾ, ਹਾਂਜੀ ਕਹਿੰਦਾ ਜੀ ਮੈਨੂੰ ਥੋੜਾ ਜਿਹਾ ਥਾਂ ਦੇ ਦਿਓ ਹਾਂਜੀ ਤੇ ਮੈਂ ਡੇਰਾ ਬਣਾਉਣਾ ਹੈ। ਉਹ ਕਹਿੰਦਾ ਜੰਗਲ ਪਿਆ ਪਾ ਗਿਆ। ਅੱਛਾ ਜੀ ਇਹ ਉਹਨੇ ਭਾਈ ਉੱਥੇ ਝੁੱਗੀ ਪਾ ਲਈ। ਹਾਂਜੀ ਝੁੱਗੀ ਪਾਈ ਤੇ ਉਸ ਤੋਂ ਬਾਅਦ ਫਿਰ ਇਹ ਹਾਂਜੀ ਸ਼ਹਿਰ ਚ ਆਇਆ ਕਰੇ, ਹਾਂਜੀ। ਰੋਟੀਆਂ ਮੰਗ ਕੇ ਲਿਆਇਆ ਕਰੇ। ਹਾਂਜੀ ਉੱਥੇ ਕੁੱਤਿਆਂ ਨੂੰ ਹੀ ਪਾਈ ਜਾਇਆ ਕਰੇ, ਅੱਛਾ ਜੀ ਕੁੱਤਿਆਂ ਨੂੰ ਹੀ ਪਾਈ ਜਾਇਆ ਕਰੇ। ਅੱਛਾ ਜੀ ਉਹ ਹਜੇ ਵੀ ਜੇ ਕਿਤੇ ਜਾਉਂ ਪਟਿਆਲੇ ਕੁੱਤਿਆਂ ਵਾਲਾ ਗੁਰਦੁਆਰਾ ਵੱਜਦਾ ਹੈ। ਅੱਛਾ ਜੀ ਇਹ ਦੇਖਣ ਲਾਇਕ ਹੈ। ਠੀਕ ਹੈ ਉਹ ਕੁੱਤਿਆਂ ਵਾਲਾ ਗੁਰਦੁਆਰਾ ਮੈਂ ਕਾਮਯਾਬ ਕਰਕੇ ਪੂਰਾ। ਹਾਂਜੀ ਤੇ ਉਸ ਤੋਂ ਬਾਅਦ ਮੈਂ ਬਾਹਰਲੇ ਮੁਲਕ ਪਾ ਗਿਆ। ਹਾਂਜੀ। ਇਹਦੀਆਂ ਗੱਲਾਂ ਸੁਣੀਆਂ ਨੇ ਮੈਂ। ਅੱਛਾ ਜੀ, ਜਦੋਂ ਇਹ ਹੂੰ ਬਾਹਰਲੇ ਮੁਲਕਾਂ 'ਚ ਪਾ ਗਿਆ, ਹਾਂਜੀ ਬਾਹਰਲੇ ਮੁਲਕਾਂ 'ਚ ਗਿਆ ਕਿਤੇ ਤਕੜੇ ਬੰਦਿਆਂ ਨਾਲ ਰਲ ਗਿਆ। ਹਾਂਜੀ ਉਹਨਾਂ ਦੇ ਮੋਤੀ ਹੀਰਿਆਂ ਦੀਆਂ ਦੁਕਾਨਾਂ ਸੀ, ਹਾਂਜੀ ਉਹਨਾਂ ਦੀ ਰਾਤ ਕੱਟੀ। ਹਾਂਜੀ ਇਹਨੇ ਪਾਠ ਪੂਜਾ ਕਰੀ, ਬੰਦੇ ਤੇ ਉਹ ਤਕੜੇ। ਹਾਂਜੀ ਉਹ ਕਹਿੰਦੇ ਬਾਬਾ ਤੂੰ ਪਾਠ ਜਾਣਦਾ? ਕਹਿੰਦਾ ਹਾਂ ਜੀ। ਹਾਂਜੀ ਕਹਿੰਦਾ ਫਿਰ ਤੂੰ ਸਾਡੇ ਪਾਠ ਕਰਦੇ। ਹਾਂਜੀ ਉਹਨੇ ਦੂਏ ਨੇ ਪਾਠ ਸ਼ੁਰੂ ਕਰਤਾ। ਅੱਛਾ ਜੀ ਪਾਠ ਸ਼ੁਰੂ ਕਰਤਾ, ਇਹਨੇ ਪਾਠ ਕਰਿਆ ਹੂੰ ਤੇ ਉਹ ਗਵਾਂਢੀ ਦੂਜਾ ਕਹਿੰਦਾ ਜਦੋਂ ਭੋਗ ਪੈ ਗਿਆ, ਕਹਿੰਦਾ ਜੀ ਸਾਡੇ ਵੀ ਕਰ ਦਿਓ। ਹਾਂਜੀ ਕਹਿੰਦਾ ਤੁਹਾਡੇ ਕਰ ਦੇਣਾ, ਹਾਂਜੀ ਤਕੜੇ ਬੰਦੇ ਤੇ ਉਹ। ਹਾਂਜੀ ਬਾਕੀ ਪਾਲ ਜੀ ਉਹਨਾਂ ਨੇ ਦੋਨਾਂ ਨੇ ਆਉਣ ਨਹੀਂ ਦਿੱਤਾ। ਹਾਂਜੀ ਤੇ ਫਿਰ ਇਹਨੂੰ ਪੁੱਛਣ ਲੱਗੇ ਜੀ ਤੇਰਾ ਪਿੰਡ ਕਿਹੜਾ ਹੈ? ਹਾਂਜੀ ਕਹਿੰਦਾ ਜੀ ਪਿੰਡ ਦਾ ਮੇਰਾ ਦਲੇਰ ਸਿੰਘ ਵਾਲਾ ਹੈ। ਹਾਂਜੀ ਤੇ ਜ਼ਿਲ੍ਹਾ ਕਹਿੰਦਾ ਜ਼ਿਲ੍ਹਾ ਬਠਿੰਡਾ ਹੈ। ਹਾਂਜੀ ਕਹਿੰਦਾ ਹੈ। ਫਿਰ ਉਹ ਬਾਹਰਲੇ ਮੁਲਕਾਂ ਨੂੰ ਲੈ ਜਾ ਕਰਨ ਇਹਨੂੰ, ਹੂੰ ਸਾਰੇ ਮੁਲਕਾਂ 'ਚ ਜਹਾਜ਼ਾਂ ਦੇ ਤਕੜੇ ਦੇ ਬੰਦੇ ਹੂੰ ਬਾਹਰਲੇ ਮੁਲਕਾਂ 'ਚ ਜਦੋਂ ਲੈ ਜਾ ਕਰਨਾ। ਹੂੰ ਫਿਰਦੇ ਫਿਰਦੇ ਕਿਦੋਂ ਹੂੰ ਇਸ ਗੁਰਦੁਆਰੇ ਕਿਉਂ ਨਾ ਆ ਗਏ ਜਿੱਥੇ ਆ ਬਦਨ ਸੂ ਹੈ ਹਾਂਜੀ ਜੀ। ਹੂੰ ਇਹ ਬਦਨ ਸੂ ਵਾਲੇ ਥਾਂ ਜੀ ਜਦੋਂ ਆ ਗਏ, ਹੂੰ ਉਹ ਤਾਂ ਸਾਰੇ ਮੱਥਾ ਟੇਕੇ। ਹੂੰ ਮੱਥਾ ਟੇਕੇ ਜਦੋਂ ਇਹ ਮੁੜਿਆ, ਹੂੰ ਸੰਗਤ ਮੁੜੀ, ਕਹਿੰਦੇ ਬਾਬਾ ਜੀ ਤੂੰ ਗਿਆ ਨਹੀਂ। ਹੂੰ ਉਹਨੇ ਬੁੱਤ ਨੂੰ ਜੱਫਾ ਪਾ ਲਿਆ। ਅੱਛਾ ਜੀ ਉਹ ਕਹਿੰਦਾ ਇਹ ਤਾਂ ਮੇਰਾ ਤਾਇਆ ਹੈ, ਸਾਡੇ ਪਿੰਡ ਦਾ। ਹੂੰ ਇਹ ਅੰਗਰੇਜ਼ਾਂ ਦੇ ਹੂੰ ਪੁਲਿਸ 'ਚ ਭਰਤੀ ਕੀਤੀ। ਅੱਛਾ ਜੀ ਪੁਲਿਸ ਦੀ ਨੌਕਰੀ ਛੱਡ ਕੇ ਹੂੰ ਹੁਣ ਇਹ ਵਿੱਚ ਪਰ ਆ ਕਹਿ ਵੀ ਦਿੰਦੇ ਨਹੀਂ ਵੀ ਕਹਿੰਦੇ ਹੂੰ ਕਹਿੰਦੇ ਇਹ ਕੁੱਤੀ ਨੌਕਰੀ। ਹੂੰ ਇਹ ਨੌਕਰੀ ਛੱਡ ਕੇ ਨਾ ਬਾਣੀ ਦੇ ਲੜੇ ਦਾ ਅੱਛਾ ਜੀ ਉੱਥੇ ਹੂੰ ਬਾਣੀ ਪੜ੍ਹਦਾ ਸੀ ਇਹ। ਹੂੰ ਇੱਕ ਭੀਖੀ ਪਿੰਡ ਦਾ, ਅੰਮ੍ਰਿਤਸਰ ਕੋਲੇ ਭੀਖੀ ਪਿੰਡ ਹੈ, ਹਾਂਜੀ ਉੱਥੇ ਵੀ ਤੁਹਾਨੂੰ ਪਤਾ ਲੱਗੂ ਜੇ ਕਿਤੇ ਗਏ। ਹੂੰ ਤੇ ਇਹ ਇਹਨਾਂ ਨੇ ਫਿਰ ਉੱਥੇ ਸਿੱਖਾਂ ਨੇ ਇਹਨਾਂ ਦਾ ਬੁੱਤ ਲਵਾਤਾ। ਹੂੰ ਜਦੋਂ ਬੁੱਤ ਲਵਾਤਾ ਇਹ ਦੇਖੀ ਗਿਆ। ਹੂੰ ਜਦੋਂ ਇਹਨੇ ਕਿਹਾ ਸੰਗਤ ਆ ਗਈ ਮੁੜ ਕੇ, ਹੂੰ ਕਹਿੰਦਾ ਜੀ ਮੇਰਾ ਹੂੰ ਤਾਇਆ ਕਹਿੰਦਾ ਸਾਡੇ ਪਿੰਡ ਦਾ। ਹੂੰ ਫਿਰ ਕਹਿੰਦਾ ਮੇਰੇ ਤੇ ਕਹਿੰਦਾ ਹੂੰ ਨੋਟਾਂ ਦੀ ਤੇ ਫੁੱਲਾਂ ਦੀ ਡੇਰੇ ਦੀ ਢੇਰੀ ਦਾ। ਅੱਛਾ ਜੀ ਹਾਂ ਇਹਨੇ ਕਹਿੰਦਾ ਨੋਟ ਵਾੜੇ ਕਿ ਤੂੰ ਉਸ ਪਿੰਡ ਦਾ। ਹੂੰ ਤੇ ਉਸ ਪਿੰਡੋਂ ਇਹ ਹੂੰ ਫੋਟੋ ਲੈ ਆਈ। ਅੱਛਾ ਇੱਥੇ ਪਿੰਡ ਤੇ ਕੋਈ ਨਹੀਂ ਪਤਾ ਸੀ। ਹੂੰ ਉਹ ਕਹਿੰਦਾ ਦੱਸੋ ਭਾਈ ਇਹ ਜਦੋਂ ਆਇਆ 4 ਦਿਨ ਆਇਆ ਨਾ, ਹੂੰ ਲੈਕਚਰ ਕਰਿਆ ਨੇ ਬਾਬੇ ਨੇ, ਰੋਟੀ ਪਿੰਡ ਨੂੰ ਦਿੱਤੀ ਹੂੰ ਤੇ ਕਿਸੇ ਨੂੰ ਨਾ ਪਤਾ, ਹੂੰ। ਕਿਸੇ ਨੂੰ ਨਾ ਪਤਾ। ਹੂੰ ਉਹ ਜਦੋਂ ਸਾਰਾ ਪਿੰਡ ਇਕੱਠਾ ਹੋ ਗਿਆ, ਦੇਖੋ ਇਹ ਬਾਬਾ ਗੁਰਮੁਖ ਸਿੰਘ ਇੱਕ ਬਹੁਤ ਗੁਰਮੁਖੀ ਬੰਦੇ ਸੀ, ਜਿਵੇਂ ਕਹਿੰਦੇ ਹੁੰਦੇ ਨੇ, ਬਹੁਤ ਸਾਊ ਬੰਦੇ ਤੇ ਬਹੁਤ ਭਜਨੀਕ ਬੰਦੇ ਤੇ। ਇੱਥੇ ਇੱਕ ਵਾਰੀ ਕਹਿੰਦੇ ਪਿੰਡ ਵਿੱਚ ਬਿਮਾਰੀ ਪਈ, ਸਾਰੇ ਇਲਾਕੇ 'ਚ ਪਈ ਸੀ 1870 ਦੇ ਵਿੱਚ। ਉਸ ਦੇ ਵਿੱਚ ਪ੍ਰਭਾਵਿਤ ਹੋਇਆ ਸਾਰਾ ਪਰਿਵਾਰ ਇਹਨਾਂ ਦਾ, ਹੋਰ ਵੀ ਬਹੁਤ ਪ੍ਰਭਾਵਿਤ ਹੋਏ ਲੋਕ ਖੇਤਾਂ ਵਿੱਚ ਜਾ ਵਸੇ ਇੱਕ ਦੂਜੇ ਤੋਂ ਦੂਰ ਰਹਿਣ ਵਾਸਤੇ। ਕਾਫੀ ਨੁਕਸਾਨ ਹੋਇਆ ਇਹਨਾਂ ਦੇ ਪਰਿਵਾਰ ਦਾ, ਜਿੰਨੇ ਜੀਅ ਸੀ ਸਭ ਉਸ ਟਾਈਮ ਦੇ ਵਿੱਚ ਚਲੇ ਗਏ। ਫਿਰ ਉਸ ਗੱਲ ਤੋਂ ਬਹੁਤ ਉਪਰਾਮ ਹੋ ਕੇ ਸੰਤ ਬਾਬਾ ਅਤਰ ਸਿੰਘ ਜੀ ਅਤਲੇ ਵਾਲਿਆਂ ਕੋਲ ਚਲੇ ਗਏ। ਉੱਥੇ ਕਥਾ ਕੀਰਤਨ ਸਿੱਖਿਆ, ਪਾਠ ਸਿੱਖਿਆ ਇਹਨਾਂ ਨੇ। ਜ਼ਬਾਨ ਇਹਨਾਂ ਦੀ ਬਹੁਤ ਰਸੀਲੀ ਮਿੱਠੀ ਸੀ।
ਕੀਰਤਨ ਕਰਨ ਦੇ ਵਿੱਚ ਬਹੁਤ ਮਾਹਰ ਤੇ ਉਸ ਤੋਂ ਬਾਅਦ ਜਾ ਕੇ ਨਾ ਫਿਰ ਪਟਿਆਲੇ ਡੇਰਾ ਲਾਇਆ। ਉੱਥੇ ਸਰਦਾਰ ਜੱਸਾ ਸਿੰਘ ਮਾਈ ਜੱਸਾ ਸਿੰਘ ਦੇ ਨਾਮ ਤੇ ਇੱਕ ਡੇਰਾ ਹੈ, ਉੱਥੇ ਉਹ ਸੇਵਾ ਕੀਤੀ, ਬਹੁਤ ਕਾਰੋਬਾਰ ਚਲਾਇਆ। ਉੱਥੇ ਪਾਸੇ ਸਿੱਖੀ ਦਾ ਪ੍ਰਚਾਰ ਕੀਤਾ। ਸਿੱਖੀ ਦਾ ਪ੍ਰਚਾਰ ਕਰਨੇ ਕਰਕੇ ਫਿਰ ਉਸ ਤੋਂ ਬਾਅਦ ਇਹ ਵੈਨਕੂਵਰ ਕੈਨੇਡਾ ਚਲੇ ਗਏ ਪ੍ਰਚਾਰ ਕਰਨ ਵਾਸਤੇ। ਪ੍ਰਚਾਰ ਕਰਨ ਵਾਸਤੇ ਜੋ ਉੱਥੇ ਗਏ, ਪ੍ਰਚਾਰ ਕਰਦਿਆਂ ਕਰਦਿਆਂ ਪਤਾ ਲੱਗਿਆ ਵੀ ਦੇਸ਼ ਦੇ ਜਿਹੜੇ ਮਤਲਬ ਗਦਰੀ ਬਾਬੇ ਸੀ ਉਹਨਾਂ ਦੇ ਇੱਥੇ ਗੜ੍ਹ ਸੀ ਬਹੁਤ ਜ਼ਿਆਦਾ ਗੁਰਦੁਆਰੇ ਦੇ ਵਿੱਚ। ਜਦੋਂ ਮੀਟਿੰਗ ਕਰਦੇ ਉਦੋਂ ਪਤਾ ਲੱਗਿਆ। ਜਿਹਨਾਂ ਨੇ ਬਾਹਰ ਆ ਕੇ ਚੌਂਕ ਦੇ ਵਿੱਚ ਬੁੱਤ ਦੇਖਿਆ, ਉੱਥੇ ਬੁੱਤ ਦੇ ਉੱਤੇ ਲਿਖਿਆ ਬਾਦਨ ਸਿੰਘ, ਸ਼ਹੀਦ ਬਾਦਨ ਸਿੰਘ ਕੁੰਭੜਵਾਲ ਪਿੰਡ। ਕੁੰਭੜਵਾਲ ਬਾਰੇ ਇਹਨਾਂ ਨੂੰ ਪਤਾ ਸੀ, ਇਸ ਬਾਰੇ ਗਿਆਨ ਸੀ ਵੀ ਇਹ ਪਿੰਡ ਕੁੰਭੜਵਾਲ ਤੋਂ ਆਏ ਹੋਏ ਲੋਕ ਨੇ। ਉਹਨਾਂ ਦੇ ਵਿੱਚ ਉੱਥੇ ਫਿਰ ਬਦਲ ਕੇ ਇਹਦਾ ਨਾਂ ਦਲੇਰ ਸਿੰਘ ਵਾਲਾ ਕਰ ਦਿੱਤਾ। ਅਤੇ ਇਹਨਾਂ ਕੋਲ ਫਿਰ ਜਿਹੜੀ ਜ਼ਮੀਨ ਸੀ 21 ਕਿੱਲੇ, ਉਹਨਾਂ ਨੇ ਸੋਚਿਆ ਵੀ ਹੋਰ ਤਾਂ ਕਿਸੇ ਸੰਸਥਾ ਦੇ ਨੂੰ ਜੇ ਦੇਈਏ ਤਾਂ ਇਹਦਾ ਮਾਲਕ ਬਣ ਕੇ ਬਹਿ ਜਾਊ। ਉਹਨੇ ਸੋਚਿਆ ਇੱਕ ਸਰਦਾਰ ਇੱਥੇ ਅਵਤਾਰ ਸਿੰਘ ਜੀ ਆਪਣੇ ਸੇ ਪਿੰਡ ਦੇ ਦਲੇਰ ਸਿੰਘ ਵਾਲਾ ਦੇ, ਉਹ ਪਟਿਆਲੇ ਰਹਿੰਦੇ ਹੁੰਦੇ, ਉਹਨਾਂ ਦੀ ਸਲਾਹ ਲਈ ਵੀ ਕਿਵੇਂ ਕੀਤਾ ਜਾਵੇ। ਉਹਨਾਂ ਨੇ ਵਧੀਆ ਸਲਾਹ ਦਿੱਤੀ ਵੀ ਇਸ ਦਾ ਟਰੱਸਟ ਬਣਾ ਦਿਓ ਜੀ, ਨਾ ਕੋਈ ਇਹਨੂੰ ਵੇਚ ਸਕੇ, ਨਾ ਕੋਈ ਇਹਨੂੰ ਖਰੀਦ ਸਕੇ ਅਤੇ ਨਾ ਇਹਨੂੰ ਕੋਈ ਖੋਹ ਸਕੇ। ਉਹਨਾਂ ਨੇ ਗੱਲ ਮੰਨ ਕੇ ਉਹਨਾਂ ਨੇ ਟਰੱਸਟ ਬਣਾਤਾ। ਆਪਣੇ ਪਿੰਡ ਦੇ ਬੰਦਿਆਂ ਦਾ 11 ਬੰਦਿਆਂ ਦਾ ਟਰੱਸਟ ਬਣਾਤਾ ਜੀ। ਉਹਦੇ ਵਿੱਚ ਹੁਣ ਟਰੱਸਟ ਵਾਲੇ ਪਿੰਡ ਦੀ ਬੜੀ ਸੇਵਾ ਕਰ ਰਹੇ ਨੇ। ਜਿੰਨੀ ਆਮਦਨ ਹੁੰਦੀ ਹੈ ਕਿਸੇ ਚੰਗੇ ਕੰਮ 'ਤੇ ਲਾਉਂਦੇ, ਸਕੂਲ ਬਹੁਤ ਵਧੀਆ ਬਣਾਤਾ, ਹਸਪਤਾਲ ਬਣਾਤਾ। ਇਸ ਤਰ੍ਹਾਂ ਜਿੱਥੇ ਵੀ ਕਿਤੇ ਨਗਰ ਦੇ ਵਿੱਚ ਲੋੜ ਪੈਂਦੀ ਹੈ, ਟਰੱਸਟ ਉਸ ਪੈਸੇ ਨੂੰ ਉੱਥੇ ਵਰਤਦਾ ਹੈ। ਅਮਰ ਸ਼ਹੀਦ ਬਾਦਨ ਸਿੰਘ ਮੈਮੋਰੀਅਲ ਟਰੱਸਟ 1978 ਦੇ ਵਿੱਚ ਹੋਂਦ 'ਚ ਆਇਆ ਸੀਗਾ। ਸਾਡੇ ਪਿੰਡ ਦੇ ਸੰਤ ਗੁਰਮੁਖ ਸਿੰਘ ਜੀ ਉਹ ਵਿਦੇਸ਼ੀ ਦੌਰੇ 'ਤੇ ਵੈਨਕੂਵਰ ਕੈਨੇਡਾ ਗਏ ਸੀਗੇ। ਉਹਨਾਂ ਨੂੰ ਉੱਥੇ ਸਾਡੇ ਪਿੰਡ ਦੇ ਮਹਾਨ ਸ਼ਹੀਦ ਬਾਦਨ ਸਿੰਘ ਬਾਰੇ ਜਦੋਂ ਪਤਾ ਲੱਗਿਆ ਕਿ ਉਹਨਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੀਗਾ, ਅਤੇ ਉਹਨਾਂ ਨੇ ਉੱਥੋਂ ਵਾਪਸ ਆ ਕੇ ਪਿੰਡ ਦੇ ਲੋਕਾਂ ਦਾ ਮੋਹਤਬਰ ਬੰਦਿਆਂ ਦਾ ਇਕੱਠ ਕਰਕੇ ਸੰਤ ਗੁਰਮੁਖ ਸਿੰਘ ਜੀਆਂ ਨੇ ਆਪਣੇ ਪਿੰਡ ਦੇ ਵਿੱਚ ਉਹਨਾਂ ਨੇ ਸ਼ਹੀਦ ਬਾਦਨ ਸਿੰਘ ਦੇ ਨਾਂ 'ਤੇ ਟਰੱਸਟ ਬਣਾਇਆ ਸੀਗਾ, ਜੋ ਕਿ ਲੋਕ ਭਲਾਈ ਦੇ ਕੰਮਾਂ ਵਾਸਤੇ ਬਣਾਇਆ ਸੀਗਾ। ਉਹਨਾਂ ਨੇ ਆਪਣੇ ਜੱਦੀ ਜ਼ਮੀਨ ਦੇ ਵਿੱਚੋਂ ਟੋਟਲ 44 ਏਕੜ ਦੇ ਵਿੱਚੋਂ 21 ਏਕੜ 2 ਕਨਾਲ 13 ਮਰਲੇ ਉਸ ਟਰੱਸਟ ਨੂੰ ਜ਼ਮੀਨ ਦਾਨ ਵਜੋਂ ਦਿੱਤੀ ਸੀਗੀ ਕਿ ਉਸ ਜ਼ਮੀਨ ਦੀ ਜਿਹੜੀ ਆਮਦਨ ਹੋਊਗੀ ਉਹ ਪਿੰਡ ਦੇ ਲੋਕ ਭਲਾਈ ਦੇ ਕੰਮਾਂ 'ਤੇ ਲਾਈ ਜਾਵੇਗੀ। ਅਤੇ ਉਹਨਾਂ ਨੇ ਉਸ ਸਮੇਂ ਖੁਦ ਆਪਣੇ ਕਰ ਕਮਲਾਂ ਦੇ ਨਾਲ ਜਿਹੜੇ ਹੈਗੇ ਟਰੱਸਟ ਦੇ ਮੈਂਬਰਾਂ ਦੀ ਚੋਣ ਕੀਤੀ ਸੀਗੀ। ਪਹਿਲੇ ਟਰੱਸਟੀ ਖੁਦ ਸੰਤ ਗੁਰਮੁਖ ਸਿੰਘ ਜੀ ਬਣੇ ਸੀਗੇ। ਦੂਸਰੇ ਮੈਂਬਰ ਉਹਨਾਂ ਦੇ ਜਿਹੜੇ ਅਵਤਾਰ ਸਿੰਘ ਨੰਬਰਦਾਰ ਜੀ, ਸਰਦਾਰ ਦਵਿੰਦਰ ਸਿੰਘ ਜੀ, ਸਰਦਾਰ ਤੇਜਾ ਸਿੰਘ ਜੀ, ਸਰਦਾਰ ਲੇਖਾ ਸਿੰਘ ਜੀ, ਸਰਦਾਰ ਚੰਦ ਸਿੰਘ ਜੀ, ਸਰਦਾਰ ਬੁੱਗਰ ਸਿੰਘ ਜੀ, ਮੁਖਤਿਆਰ ਸਿੰਘ ਜੀ ਅਤੇ ਹਮੀਰ ਸਿੰਘ ਨੱਤ ਜੀ, ਜਿਹੜੇ 9 ਮੈਂਬਰੀ ਟਰੱਸਟ ਬਣਾ ਕੇ ਉਹਨਾਂ ਨੇ ਲੋਕ ਭਲਾਈ ਦੇ ਕੰਮਾਂ ਵਾਸਤੇ ਤੇ ਪ੍ਰੇਰਿਤ ਕੀਤਾ ਸੀਗਾ ਪਿੰਡ ਨੂੰ, ਨਗਰ ਨੂੰ, ਵੀ ਜਿਹੜੀ ਉਸ ਦੀ ਆਮਦਨ ਹੈ ਜ਼ਮੀਨ ਦੀ ਉਹ ਸਾਡੇ ਪਿੰਡ ਦੇ ਲੋਕ ਭਲਾਈ ਕੰਮਾਂ 'ਤੇ ਖਰਚ ਕੀਤੀ ਜਾਵੇ, ਲਾਈ ਜਾਵੇ। ਅਤੇ ਨਾਲ ਇਹ ਹਦਾਇਤ ਕੀਤੀ ਸੀ ਵੀ ਜਿਹੜੇ ਟਰੱਸਟੀ ਮੈਂਬਰ ਬਣਾ ਕੇ ਗਿਆ ਮੈਂ, ਇਹਨਾਂ ਦੀ ਕਿਸੇ ਟਰੱਸਟੀ ਦੀ ਮੌਤ ਤੋਂ ਬਾਅਦ ਉਹ ਆਪਣੀ ਸਰਬਸੰਮਤੀ ਦੇ ਨਾਲ ਅਗਲਾ ਮੈਂਬਰ ਆਪਣਾ ਜਿਹੜਾ ਹੈਗਾ ਚੁਣ ਸਕਦੇ ਨੇ। ਪਹਿਲਾ ਟਰੱਸਟ ਪ੍ਰਧਾਨ ਜਿਹੜਾ ਸਾਡੇ ਅਵਤਾਰ ਸਿੰਘ ਜੀ ਨੰਬਰਦਾਰ ਜੀ ਨੂੰ ਬਣਾਇਆ ਗਿਆ ਸੀਗਾ। ਉਸ ਸਮੇਂ ਦੇ ਖਜ਼ਾਨਚੀ ਸਰਦਾਰ ਬੁੱਗਰ ਸਿੰਘ ਜੀ ਸਰਪੰਚ ਬਣੇ ਸੀਗੇ, ਅਤੇ ਉਹਨਾਂ ਨੇ ਆਪਣੇ ਉਸ ਸਮੇਂ ਦੇ ਵਿੱਚ ਬਹੁਤ ਸਾਰੇ ਕਾਰਜ ਜਿਹੜੇ ਹੈਗੇ ਸੀ ਟਰੱਸਟ ਦੀ ਜ਼ਮੀਨ ਦੀ ਆਮਦਨ ਦੇ ਨਾਲ ਪਿੰਡ ਦੇ ਵਿੱਚ ਬਹੁਤ ਸਾਰੇ ਕਾਰਜ ਕਰਾਏ ਸੀਗੇ। ਅਤੇ ਹੁਣ ਜਿਹੜੇ ਆਪਣੇ ਟਰੱਸਟ ਵੱਲੋਂ ਅੱਜ ਵੀ ਲੋਕ ਭਲਾਈ ਦੇ ਕੰਮ ਉਸੇ ਤਰ੍ਹਾਂ ਹੀ ਜਾਰੀ ਨੇ। ਅਤੇ ਜਿਹੜੇ ਸੰਤ ਗੁਰਮੁਖ ਸਿੰਘ ਜੀ ਸੀਗੇ ਉਹਨਾਂ ਦੀ ਜਿਹੜੀ ਚੋਲਾ ਛੱਡਿਆ ਸੀ ਉਹਨਾਂ ਨੇ 1984 ਦੇ ਵਿੱਚ ਜਦੋਂ ਸਾਡੇ ਹਰਿਮੰਦਰ ਸਾਹਿਬ 'ਤੇ ਫੌਜੀ ਹਮਲਾ ਹੋਇਆ ਸੀਗਾ, ਉਸ ਨੂੰ ਨਾ ਸਹਾਰਦੇ ਹੋਏ ਕੁਛ 2-4 ਮਹੀਨਿਆਂ ਬਾਅਦ ਜਿਹੜੇ ਉਹ ਹੈਗੇ ਸੀਗੇ ਵਿਦੇਸ਼ ਦੌਰੇ 'ਤੇ ਗਏ ਹੋਏ ਸੀਗੇ। ਉੱਥੇ ਉਹ ਆਪਣਾ ਜਿਹੜੀ ਜੀਵਨ ਯਾਤਰਾ ਪੂਰੀ ਕਰਦੇ ਹੋਏ ਚੋਲਾ ਛੱਡ ਗਏ ਸੀਗੇ। ਅਤੇ ਉਸ ਦੀ ਹੁਣ ਯਾਦ ਦੇ ਵਿੱਚ ਸਰਦਾਰ ਸ਼ਹੀਦ ਬਾਦਨ ਸਿੰਘ ਅਤੇ ਆਪਣੇ ਸੰਤ ਗੁਰਮੁਖ ਸਿੰਘ ਦੀ ਜਿਹੜੀ ਅਸੀਂ ਬਰਸੀ ਹਰ ਸਾਲ 4 ਸਤੰਬਰ ਨੂੰ ਹਰ ਸਾਲ ਮਨਾਉਂਦੇ ਹਾਂ। ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਾ ਕੇ, ਅਤੇ ਜਿਹੜਾ ਉਹਨਾਂ ਦਾ ਟਰੱਸਟ ਦੀ ਆਮਦਨ ਦੇ ਨਾਲ ਜੋ ਪਿੰਡ ਦਾ ਹੁਣ ਤੱਕ ਟਰੱਸਟ ਵੱਲੋਂ ਕਾਰਜ ਕਰਾਏ ਗਏ ਨੇ, ਜਿਸ ਤਰ੍ਹਾਂ ਸਕੂਲ,
ਪ੍ਰਾਇਮਰੀ ਸਕੂਲ ਤੋਂ ਲੈ ਕੇ ਹਾਇਰ ਸੈਕੰਡਰੀ ਤੱਕ ਜਿਹੜਾ ਹੁਣ ਮੌਜੂਦਾ +2 ਤੱਕ ਜਿਹਨੀ ਮੰਨ ਲਓ ਉਹਦੀ ਟੋਟਲ ਜਿਹੜੀ ਹੈਗਾ ਕਾਰਜ ਬਿਲਡਿੰਗ ਵਗੈਰਾ ਬਾਉਂਡਰੀ ਵਗੈਰਾ ਉਹਦੇ ਰੰਗ ਰੋਗਨ ਦਾ ਵਗੈਰਾ ਤੇ ਉਹਦੇ ਜਿਹੜੀ ਸਾਂਭ ਸੰਭਾਲ ਦਾ ਵਗੈਰਾ ਉਹਨੂੰ ਹੁਣ ਤੱਕ ਦਾ ਸਮਾਰਟ ਰੂਮ ਸਕੂਲ ਬਣਾਉਣ ਦਾ ਜਿਹੜਾ ਯੋਗਦਾਨ ਹੈ ਉਹ ਟਰੱਸਟ ਨੇ ਬਹੁਤ ਅਣਥੱਕ ਮਿਹਨਤ ਨਾਲ ਜਿਹਨੇ ਉਪਰਾਲਿਆਂ ਨਾਲ ਸਦਕਾ ਉਹਨਾਂ ਦੇ ਸਹਿਯੋਗ ਨਾਲ ਬਣਾਇਆ ਗਿਆ। ਨਾਲ ਹੀ ਸਾਡਾ ਜਿਹੜਾ ਹੈਗਾ ਪ੍ਰਾਇਮਰੀ ਸਕੂਲ ਉਹਨੂੰ ਵੀ ਸਮਾਰਟ ਰੂਮ ਸਕੂਲ ਬਣਾਇਆ ਗਿਆ ਤੇ ਹੋਰ ਪਿੰਡ ਦੇ ਬਹੁਤ ਸਾਰੇ ਕੰਮ ਜਿਸ ਤਰ੍ਹਾਂ ਪਿੰਡ ਦੇ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਬਣਾਉਣਾ, ਗੁਰਦੁਆਰਾ ਸਾਹਿਬ ਦਾ ਸੈੱਟ ਬਣਾਉਣਾ, ਗੁਰਦੁਆਰਾ ਸਾਹਿਬ ਨੂੰ 8 ਵਿਸਵੇ ਜਗ੍ਹਾ ਲੈ ਕੇ ਦੇਣੀ, ਥਾਂ ਲੈ ਕੇ ਦੇਣੀ ਹੈ ਨਾ, ਤੇ ਡਿਸਪੈਂਸਰੀ ਦੀ ਟੋਟਲ ਬਿਲਡਿੰਗ ਉਹ ਟਰੱਸਟ ਵੱਲੋਂ ਬਣਾਈ ਗਈ ਹੈ ਤੇ ਹੋਰ ਬਹੁਤ ਸਾਰੇ ਜਿਵੇਂ ਆਰਾਮ ਬਾਗ ਦਾ ਨਿਰਮਾਣ ਕਰਵਾਇਆ ਗਿਆ ਹੈ ਨਾ, ਉਹਦੀ ਬਾਉਂਡਰੀ ਬਣਾਈ ਗਈ ਹੈ, ਉੱਥੇ ਬੈਠਣ ਲਈ ਬਰਾਂਡੇ ਵਗੈਰਾ ਤੇ ਫਰਸ਼ ਵਗੈਰਾ ਲਾਏ ਗਏ ਨੇ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ। ਇਸੇ ਤਰ੍ਹਾਂ ਹੀ ਉਹਨਾਂ ਨੇ ਆਪਣੀ ਜਿਹੜੀ ਟਰੱਸਟ ਨੂੰ ਦੇ ਨਾਂ 'ਤੇ ਜ਼ਮੀਨ ਦਿੱਤੀ ਹੋਈ ਆ ਉਹਦੀ ਸੰਭਾਲ ਹਰ ਸਾਲ ਸਾਂਭ ਸੰਭਾਲ ਕਰਦੇ ਨੇ ਤੇ ਉਹਦੇ ਵਿੱਚ ਜਿਵੇਂ ਕੰਪਿਊਟਰ ਕਰਾ ਵਗੈਰਾ ਲਵਾਉਣਾ, ਕੋਈ ਮੋਟਰ ਵਗੈਰਾ ਲਵਾਉਣਾ, ਬੋਰ ਵਗੈਰਾ ਲਵਾਉਣਾ ਤੇ ਉਸ ਨੂੰ ਹਰ ਸਾਲ ਬੋਲੀ ਦੇ ਆਧਾਰ 'ਤੇ ਠੇਕੇ 'ਤੇ ਦਿੱਤਾ ਜਾਂਦਾ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਲਾਉਸਮੈਂਟ ਕਰਾ ਕੇ ਹਰ ਸਾਲ ਉਹ ਜ਼ਮੀਨ ਠੇਕੇ 'ਤੇ ਦਿੱਤੀ ਜਾਂਦੀ ਹੈ। ਜਿਹੜਾ ਉਹਦਾ ਠੇਕਾ ਆਉਂਦਾ ਉਹ ਹਰ ਸਾਲ ਦੀ ਤਰ੍ਹਾਂ ਆਪਣੇ ਜਿਹੜੇ ਪਿੰਡ ਦੇ ਹੋਰ ਲੋਕ ਭਲਾਈ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਜਿਹੜਾ ਟਰੱਸਟ ਹੈ ਆਪਣੀ ਮਿਹਨਤ ਨਾਲ ਇਮਾਨਦਾਰੀ ਨਾਲ ਜਿਹੜੇ ਹੈਗੇ ਕਾਰਜ ਕਰਾ ਰਹੇ ਨੇ। ਪਿੰਡ ਦੇ ਹਰ ਨਿੱਕੇ ਮੋਟੇ ਕੰਮਾਂ ਦੇ ਵਿੱਚ ਜਿਹੜਾ ਸਾਡੇ ਅਮਰ ਸ਼ਹੀਦ ਬਾਦਲ ਸਿੰਘ ਟਰੱਸਟ ਦਾ ਯੋਗਦਾਨ ਹੈ ਪਿੰਡ ਦੇ ਵਿੱਚ, ਤੇ ਜਿਹੜੇ ਸਾਡੇ ਨੌਜਵਾਨਾਂ ਦੇ ਲੋਕ ਭਲਾਈ ਦੇ ਕਲੱਬ ਬਣਿਆ ਉਹਨਾਂ ਦਾ ਵੀ ਜਿਹੜਾ ਵੱਧ ਤੋਂ ਵੱਧ ਜਿਹੜੇ ਹੈਗੇ ਟਰੱਸਟ ਮਦਦ ਕਰਦਾ ਹੈ, ਉਹਨਾਂ ਦੀ ਸਹਾਇਤਾ ਕਰਦਾ ਹੈ। ਤੇ ਮੈਨੂੰ ਵੀ ਜਿਹੜਾ ਹੈਗਾ ਸਰਦਾਰ ਵਿਸਾਖਾ ਸਿੰਘ ਢਾਲੀਵਾਲ ਨੂੰ 2012 ਤੇ 11 ਦੇ ਵਿੱਚ ਇਸ ਟਰੱਸਟ ਦਾ ਮੈਂਬਰ ਬਣਨ ਦਾ ਮਾਣ ਪ੍ਰਾਪਤ ਹੋਇਆ, ਸੇਵਾ ਕਰਨ ਦਾ ਮਾਣ ਮਿਲਿਆ। ਉਸ ਸਮੇਂ ਦੇ ਮੇਰੇ ਸਤਿਕਾਰਯੋਗ ਤਾਇਆ ਜੀ ਸਰਦਾਰ ਤੇਜਾ ਸਿੰਘ ਪ੍ਰਧਾਨ ਸੀਗੇ, ਜਿਨ੍ਹਾਂ ਦੀ ਸਦਕਾ ਤੇ ਖਜ਼ਾਨਚੀ ਸਰਦਾਰ ਦਵਿੰਦਰ ਸਿੰਘ ਸੀਗੇ, ਉਹਨਾਂ ਦੀ ਪ੍ਰੇਰਨਾ ਸਦਕਾ ਮੈਨੂੰ ਜਿਹੜਾ ਟਰੱਸਟ ਦਾ ਮੈਂਬਰ ਬਣਨ ਦਾ ਮਾਣ ਪ੍ਰਾਪਤ ਹੋਇਆ। ਤੇ ਮੈਂ ਵੀ ਹੁਣ ਉਸ ਆਪਣੇ ਸੰਤ ਗੁਰਮੁਖ ਸਿੰਘ ਜੀ ਦੇ ਯਤਨਾਂ ਸਦਕਾ ਤੇ ਅਮਰ ਸ਼ਹੀਦ ਬਾਦਲ ਸਿੰਘ ਦੇ ਟਰੱਸਟ ਦਾ ਮੈਂਬਰ ਹੋਣ ਦੇ ਨਾਤੇ ਪਿੰਡ ਦੇ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ। ਜਿਸ ਅਸੀਂ ਬਿਲਡਿੰਗ ਦੇ ਵਿੱਚ ਹੁਣ ਖੜੇ ਹਾਂ, ਦਲੇਲ ਸਿੰਘ ਵਾਲਾ ਦਾ ਇਹ ਸੀਨੀਅਰ ਸੈਕੰਡਰੀ ਸਕੂਲ ਆ। 1960 ਦੇ ਵਿੱਚ ਇੱਥੇ ਕੋਈ ਵੀ ਸਕੂਲ ਨਹੀਂ ਹੁੰਦਾ ਸੀ। ਜਿਹੜੀ ਪੜ੍ਹਾਈ ਸੀਗੀ 1960 ਤੋਂ ਪਹਿਲਾਂ ਥਾਈ ਜਾਂ ਗੁਰਦੁਆਰੇ ਦੇ ਵਿੱਚ ਹੁੰਦੀ ਸੀਗੀ। 1960 ਦੇ ਵਿੱਚ ਮਾਤਾ ਕਾਹਨ ਕੌਰ ਸੁਪਤਨੀ ਗੁਰਪ੍ਰਤਾਪ ਸਿੰਘ ਜੋ ਕਿ ਮੋੜੀਗੱਡ ਪਰਿਵਾਰ ਦੇ ਵਿੱਚੋਂ ਸਨ, ਉਹਨਾਂ ਨੇ ਆਪਣੀ 4 ਏਕੜ ਜ਼ਮੀਨ ਪਿੰਡ ਦਾ ਸਕੂਲ ਬਣਾਉਣ ਦੇ ਲਈ ਦਾਨ ਕੀਤੀ। ਉਸ ਸਮੇਂ ਇਹ 4 ਏਕੜ ਜ਼ਮੀਨ ਦੇ ਵਿੱਚ ਪਿੰਡ ਦੇ ਸਕੂਲ ਨੂੰ ਪ੍ਰਾਇਮਰੀ ਸਕੂਲ ਸੀ, ਜਿਹੜਾ ਪਿੰਡ ਦਾ ਪ੍ਰਾਇਮਰੀ ਸਕੂਲ ਬਣਾਇਆ ਗਿਆ। ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਇੱਥੇ ਬਣੀ 4 ਏਕੜ ਜ਼ਮੀਨ ਦੇ ਵਿੱਚ। ਉਸ ਤੋਂ ਬਾਅਦ 1974 ਦੇ ਵਿੱਚ
ਕਾਮਰੇਡ ਧਰਮ ਸਿੰਘ ਫੱਕਰ ਮਿਡਲ ਸਕੂਲ ਬਣਿਆ। ਉਸ ਤੋਂ ਬਾਅਦ 1984 ਦੇ ਵਿੱਚ ਸੰਤ ਗੁਰਮੁਖ ਸਿੰਘ ਨੇ ਪਿੰਡ ਦੇ ਵਿੱਚ ਇੱਕ ਸ਼ਹੀਦ ਬਦਨ ਸਿੰਘ ਟਰਸਟ ਬਣਾਇਆ। ਉਸ ਟਰਸਟ ਨੂੰ 21 ਕਿੱਲੇ ਆਪਣੀ ਜ਼ਮੀਨ ਦਾਨ ਕੀਤੀ ਉਹਨਾਂ ਨੇ, ਜੋ ਕਿ ਜ਼ਿਆਦਾਤਰ ਉਹਨਾਂ ਨੇ ਸਕੂਲ ਦੇ ਲਈ ਆਪਣਾ ਖਰਚਾ ਲਾਇਆ ਤੇ ਫਿਰ ਹਾਈ ਸਕੂਲ ਇੱਥੇ ਸਰਕਾਰੀ ਹਾਈ ਸਕੂਲ ਦੀ ਬਿਲਡਿੰਗ ਬਣੀ। ਤੇ ਉਸ ਤੋਂ ਬਾਅਦ ਹੁਣ ਜਿਹੜਾ ਕਿ ਸੀਨੀਅਰ ਸੈਕੰਡਰੀ ਸਕੂਲ ਹੈ, ਹੁਣ ਸੀਨੀਅਰ ਸੈਕੰਡਰੀ ਸਕੂਲ ਬਣ ਚੁੱਕਿਆ ਹੈਗਾ। ਇੱਥੋਂ ਦੇ ਪ੍ਰਿੰਸੀਪਲ ਸਾਹਿਬ ਤੇ ਸਟਾਫ ਦੀ ਮਿਹਨਤ ਦੇ ਸਦਕਾ, ਖੂਬਸੂਰਤ ਬਿਲਡਿੰਗ ਦੇ ਸਦਕਾ ਇਹ ਸਕੂਲ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚੋਂ ਪੜ੍ਹਾਈ ਕਰਨ ਦੇ ਲਈ ਇੱਥੇ ਵਿਦਿਆਰਥੀ ਆਉਂਦੇ ਨੇ। ਪਿੰਡ ਦਾ ਜਿਹੜਾ ਪ੍ਰਾਇਮਰੀ ਸਕੂਲ ਆ, ਉਸ ਦੀ ਜਿਹੜਾ ਸਮਾਰਟ ਸਕੂਲ ਆ, ਉਸ ਨੂੰ ਸਰਦਾਰ ਬਲਜੀਤ ਸਿੰਘ ਜੋ ਕਿ ਅਮਰੀਕਾ ਦੇ ਵਿੱਚ ਰਹਿੰਦੇ ਨੇਗੇ, ਉਹਨਾਂ ਨੇ ਇਸ ਸਕੂਲ ਦੀ ਜਿਹੜੀ ਆ ਸਮਾਰਟ ਸਕੂਲ, ਇਸ ਪਿੰਡ ਦੇ ਸਕੂਲ ਨੂੰ ਸਮਾਰਟ ਸਕੂਲ, ਜਿਹੜਾ ਪ੍ਰਾਇਮਰੀ ਸਕੂਲ ਆ ਉਹਨੂੰ ਸਮਾਰਟ ਸਕੂਲ ਬਣਾਇਆ। ਇਹ ਜਿਹੜਾ ਪੂਰਾ ਸਕੂਲ ਹੈਗਾ ਉਸ ਦੇ ਵਿੱਚ ਹੁਣ ਜਿਹੜੇ ਗਰਾਊਂਡ ਹੈਗਾ, ਵਾਲੀਬਾਲ ਦਾ ਗਰਾਊਂਡ ਆ, ਖੋ-ਖੋ ਦਾ ਗਰਾਊਂਡ ਹੈਗਾ, ਕ੍ਰਿਕਟ ਦਾ ਗਰਾਊਂਡ ਹੈਗਾ। ਇਹ ਗਰਾਊਂਡ ਇਸ ਟਾਈਮ ਨੇ ਜੋ ਕਿ ਵਿਦਿਆਰਥੀਆਂ ਦੇ ਲਈ ਖੇਡਦੇ ਗਰਾਊਂਡ ਬਣੇ ਹੋਏ ਨੇਗੇ ਤੇ ਖੂਬਸੂਰਤ ਬਿਲਡਿੰਗ ਆ, ਚੰਗੀ ਇੱਥੇ ਕਸ਼ੀਦਾ ਜਿਹੜੀ ਆ ਚਿੱਤਰਕਾਰੀ ਕਰੀ ਹੋਈ ਹੈਗੀ। ਇਸ ਤੋਂ ਇਲਾਵਾ ਚੰਗੀ ਬਿਲਡਿੰਗ, ਹਵਾਦਾਰ ਬਿਲਡਿੰਗ ਹੈਗੀ ਤੇ ਫੁੱਲਦਾਰ ਤੇ ਫਲਦਾਰ ਬੂਟੇ ਨੇਗੇ। ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਨਿਰਮਾਣ 1960 ਦੇ ਵਿੱਚ ਹੋਇਆ ਸੀਗਾ। ਸਾਡੇ ਪਿੰਡ ਦੀ ਮਾਤਾ ਕਾਨ ਕੌਰ ਨੇ ਆਪਣੀ ਜੱਦੀ ਜ਼ਮੀਨ ਦੇ ਵਿੱਚੋਂ 4 ਏਕੜ ਜ਼ਮੀਨ ਸਕੂਲ ਵਾਸਤੇ ਦਾਨ ਕੀਤੀ ਸੀਗੀ। ਮਾਤਾ ਕਾਨ ਕੌਰ ਜੀ ਦਾ ਜਿਹੜਾ ਸੰਬੰਧ ਆ ਸਾਡੇ ਪਿੰਡ ਨਾਲ, ਉਹ ਪਿੰਡ ਦੇ ਮੋੜੀਗੜ੍ਹ ਦਲੇਰ ਸਿੰਘ ਦੇ ਪਰਿਵਾਰ ਦੇ ਵਿੱਚੋਂ ਹੈ। ਉਹਨਾਂ ਦੇ ਪੁੱਤਰ ਵਧਾਵਾ ਸਿੰਘ ਦੇ ਪੁੱਤਰ ਸਰਦਾਰ ਗੁਰਪ੍ਰਤਾਪ ਸਿੰਘ ਜੀ ਦੀ ਧਰਮ ਪਤਨੀ ਹੈ ਤੇ ਉਹਨਾਂ ਨੇ ਆਪਣੀ ਜਿਹੜੀ ਸਕੂਲ ਵਾਸਤੇ 4 ਏਕੜ ਜ਼ਮੀਨ ਦਾਨ ਕੀਤੀ ਸੀਗੀ। ਉਸ ਸਮੇਂ ਦੇ ਸਰਪੰਚ ਸਰਦਾਰ ਪ੍ਰਲੋਕ ਸਿੰਘ ਜੀ ਨੂੰ ਪ੍ਰਾਇਮਰੀ ਸਕੂਲ ਦਾ ਨਿਰਮਾਣ ਕਰਾਉਣ ਦਾ ਮਾਣ ਮਹਿਸੂਸ ਹੋਇਆ। ਬਾਅਦ ਵਿੱਚ 1974 ਦੇ ਵਿੱਚ ਸਾਡੇ ਜਿਹੜੇ ਸਕੂਲ ਮਿਡਲ ਸਕੂਲ ਦਾ ਨਾਂ ਜਿਹੜਾ ਹੈਗਾ ਕਾਮਰੇਡ ਧਰਮ ਸਿੰਘ ਫੱਕਰ ਦੇ ਨਾਂ ਤੇ ਮਿਡਲ ਸਕੂਲ ਬਣਿਆ ਸੀਗਾ 1974 ਵਿੱਚ। ਤੇ ਉਸ ਦਾ ਨਿਰਮਾਣ ਜਿਹੜਾ ਹੈਗਾ ਸੀਗਾ ਉਸ ਸਮੇਂ ਦੇ ਸਰਪੰਚ ਸਰਦਾਰ ਬੁੱਗਰ ਸਿੰਘ ਜੀ ਨੇ ਨਿਰਮਾਣ ਕਰਵਾਇਆ ਸੀਗਾ ਤੇ ਮਾਣ ਮਹਿਸੂਸ ਹੋਇਆ ਸੀਗਾ। 1976 ਦੇ ਵਿੱਚ 2 ਸਾਲ ਬਾਅਦ ਸਾਡੇ ਜ਼ਿਲ੍ਹਾ ਬਠਿੰਡਾ ਦੇ ਡਿਪਟੀ ਕਮਿਸ਼ਨਰ NK ਅਰੋੜਾ ਜੀ ਨੇ ਆਪਣੇ ਕਰ ਕਮਲਾਂ ਨਾਲ ਨੀਂਹ ਪੱਥਰ ਰੱਖਿਆ ਸੀ ਕਮਰਿਆਂ ਦਾ, ਮਿਡਲ ਸਕੂਲ ਦੇ ਕਮਰਿਆਂ ਦਾ ਨੀਂਹ ਪੱਥਰ ਰੱਖਿਆ ਸੀਗਾ। ਤੇ ਬਾਅਦ ਵਿੱਚ ਜਿਹੜਾ ਹਾਈ ਸਕੂਲ ਸਾਡਾ ਬਣਿਆ ਸੀਗਾ 1984 ਦੇ ਵਿੱਚ ਸਾਡਾ ਜਿਹੜਾ ਸੰਤ ਗੁਰਮੁਖ ਸਿੰਘ ਜੀ ਜਿਹੜੇ ਹੈਗੇ ਸੀਗੇ, ਉਹਨਾਂ ਦੇ ਉਪਰਾਲਿਆਂ ਸਦਕਾ ਹਾਈ ਸਕੂਲ ਬਣਿਆ ਸੀਗਾ। ਤੇ ਉਸ ਸਮੇਂ ਦੇ ਜਿਹੜੇ ਸਰਪੰਚ ਸੀਗੇ ਸਰਦਾਰ ਬੁੱਗਰ ਸਿੰਘ ਹੀ ਸੀਗੇ। ਤੇ ਉਸ ਤੋਂ ਬਾਅਦ 1998 ਦੇ ਵਿੱਚ ਸਾਡੇ ਜਿਹੜਾ ਸਕੂਲ ਹੈ ਉਹ ਸੀਨੀਅਰ ਸੈਕੰਡਰੀ ਸਕੂਲ +2 ਸਕੂਲ ਬਣਿਆ ਸੀਗਾ। ਉਸ ਸਮੇਂ ਦੇ ਸਰਪੰਚ ਸਰਦਾਰ ਸਤਪਾਲ ਜੀ ਜਿੰਦਲ ਜੀ ਸੀਗੇ। ਤੇ ਉਸ ਸਮੇਂ +2 ਸਕੂਲ ਦਾ ਜਿਹੜਾ ਸਾਡੇ ਹਲਕੇ ਦੇ MLA ਸਰਦਾਰ ਸ਼ੇਰ ਸਿੰਘ ਆਗੂਵਾਲ ਜੀ ਨੇ ਸਾਡੇ ਪਿੰਡ ਵਿੱਚ ਆ ਕੇ ਐਲਾਨ ਕੀਤਾ ਸੀਗਾ +2 ਸਕੂਲ ਬਣਨ ਦਾ। ਬਾਬਾ ਜੀ, ਜਿਹੜਾ ਆਪਣਾ ਗੁਰਦੁਆਰਾ ਬਣਿਆ ਸੀ, ਜਿਹੜੀ ਨੀਂਹ ਰੱਖੀ ਸੀ, ਇਹਦੇ ਬਾਰੇ ਦੱਸੋ ਵੀ ਕਿਹਨੇ ਦਾਨ ਕੀਤੀ ਸੀ? ਪਹਿਲੀ ਵਾਰ ਦਾਨ ਕਿਹਨੇ ਕੀਤਾ ਸੀ? ਦਾਨ ਤਾਂ ਸਭ ਤੋਂ ਜ਼ਿਆਦਾ ਇਹ ਮੁਗਲਾਂ ਬਾਜੀਗਰ ਨੇ ਲਿਖਿਆ। ਅੱਛਾ ਜੀ, ਸਭ ਤੋਂ ਜ਼ਿਆਦਾ। ਅੱਛਾ। ਮੈਂ ਉਹ ਲਿਖਤ ਦੇਖ ਨਾ ਜਿਹੜੀ ਲਿਖਤੀ ਸੀ ਲਿਖਿਆ ਸੀ ਵੀ ਉਸ ਤੇ ਲਿਖਿਆ ਸੀ ਕਿਸੇ ਤੋਂ 100 ਰੁਪਇਆ ਨਹੀਂ ਦਿੱਤਾ ਗਿਆ, ਚਾਂਦੀ ਦਾ ਰੁਪਇਆ 100 ਮੁਗਲਾਂ ਬਾਜੀਗਰ ਨੇ ਉਹਨਾਂ ਦੇ। ਪਿੰਡ ਦਲੇਰ ਸਿੰਘ ਵਾਲਾ ਦਾ ਹੱਲਿਆਂ ਵੇਲੇ ਦਾ ਇਤਿਹਾਸ ਇਹ ਆ ਕਿ ਪਿੰਡ ਦਲੇਰ ਸਿੰਘ ਵਾਲਾ ਦੇ ਵਿੱਚ 1947 ਨੂੰ ਕੋਈ ਕਤਲੇਆਮ ਨਹੀਂ ਹੋਇਆ। ਬੇਸ਼ੱਕ ਪਿੰਡਾਂ ਦੇ ਆਲੇ ਦੁਆਲੇ ਬਹੁਤ ਕਤਲੇਆਮ ਹੋਇਆ, ਪਰ ਦਲੇਰ ਸਿੰਘ ਵਾਲਾ ਦੇ ਵਿੱਚ ਪਿੰਡ ਦੇ ਲੋਕਾਂ ਨੇ
ਮੁਸਲਮਾਨਾਂ ਦੀ ਹਿਫਾਜ਼ਤ ਕੀਤੀ, ਸਗੋਂ ਇੱਕ ਰਾਹੀਂ ਜੋ ਆਪਣੀ ਇੱਛਾ ਦੇ ਨਾਲ ਜਾਣਾ ਚਾਹੁੰਦਾ ਸੀ ਉਸ ਨੂੰ ਪਿੰਡ ਦੇ ਲੋਕ ਹਿਫਾਜ਼ਤ ਕਰਕੇ ਮਾਨਸਾ ਤੱਕ ਛੱਡ ਕੇ ਆਏ। ਉਸ ਤੋਂ ਬਾਅਦ ਉਸ ਦਾ ਜੋ ਘਰ ਹੈ ਉਹ ਅੱਜ ਵੀ ਰਾਈਆਂ ਵਾਲੀ ਥਾਈ ਦੇ ਨਾਲ ਜਾਣਿਆ ਜਾਂਦਾ ਹੈ। ਇਹ ਇੱਕ ਮਿਸਾਲ ਦੇ ਤੌਰ ਤੇ ਅਸੀਂ ਪੇਸ਼ ਕਰ ਸਕਦੇ ਹਾਂ ਕਿ ਪਿੰਡ ਦਲੇਰ ਸਿੰਘ ਵਾਲਾ ਦੇ ਵਿੱਚ 1947 ਨੂੰ ਕੋਈ ਕਤਲੇਆਮ ਨਹੀਂ ਹੋਇਆ, ਜਿਸ ਦਾ ਕਿ ਮੁਸਲਮਾਨਾਂ ਦੀ ਹਿਫਾਜ਼ਤ ਕੀਤੀ ਗਈ ਤੇ ਅੱਜ ਵੀ ਮੁਸਲਮਾਨ ਭਾਈਚਾਰਾ ਪਿੰਡ ਦੇ ਲੋਕਾਂ ਨਾਲ ਮਿਲ ਜੁਲ ਕੇ ਰਹਿੰਦਾ ਗਾ। ਇਹ ਪਿੰਡ ਦੀ ਜਿਹੜੀ ਹੈ ਖਾਸੀਅਤ ਆ ਸਾਡੇ। ਜੋ ਰਾਈ ਨਾ ਗਏ ਲੋਕਾਂ ਨੇ ਜਾਣ ਨਹੀਂ ਦਿੱਤੇ, ਉਹਨੂੰ ਪੰਚਾਇਤਾਂ ਹੈ ਨਹੀਂ ਗਿਆ ਸਿਆਣੇ ਮੰਦੇ ਤੇ ਉਹ ਕਹਿੰਦੇ ਵੀ ਅਸੀਂ ਤਾਂ ਜਾਣ ਨਹੀਂ ਦਿੱਤੇ। ਪੁਲਿਸ ਆ ਗਈ, ਦੋ ਗੱਡੀਆਂ ਲੈ ਕੇ ਮਾਨਸਾ ਤੋਂ ਦੋ ਗੱਡੀਆਂ ਲੈ ਕੇ ਆਏ, ਕਹਿੰਦੇ ਵੀ ਇੱਥੇ ਮੁਸਲਮਾਨ ਨੇ ਤੇ ਦੇ ਦਿਓ ਸਾਨੂੰ ਗੁਰਦੁਆਰੇ ਆ ਕੇ। ਉਹ ਕਹਿੰਦੇ ਲੋਕ ਕਹਿੰਦੇ ਅਸੀਂ ਤਾਂ ਦਿੰਦੇ ਕਿਉਂ ਨਹੀਂ ਦਿੰਦੇ, ਕਹਿੰਦੇ ਨਾ ਜੀ ਅਸੀਂ ਰੱਖਾਂਗੇ। ਉਹ ਨਹੀਂ ਕਹੀ ਪੁਲਿਸ ਵਾਲੇ ਕਹਿੰਦੇ ਤੁਹਾਨੂੰ ਦੇਣੇ ਪੈਣਗੇ ਤੁਹਾਨੂੰ ਭਾਈ ਤੁਸੀਂ ਜਿੱਦਾਂ ਸਾਨੂੰ ਲਿਆਣੇ ਪੈਣਗੇ ਤੁਹਾਨੂੰ ਦੇਣੇ ਪੈਣਗੇ। ਹੱਥ ਬੱਲਾ ਬਣ ਕੇ ਪੁਲਿਸ ਵਾਲੇ ਫਿਰ ਉਹਨੂੰ ਜੀਫਾਂ ਕਾਰਾਂ ਦੇ ਲੈ ਕੇ ਬਿਠਾ, ਫਿਰ ਨਾਲ ਲੋਕ ਗਏ ਆਪਣੇ ਜਿਹੜੇ ਕਿ ਉੱਥੇ ਜਾ ਕੇ ਮਾਰਨਾ ਗਏ। ਫਿਰ ਗੱਡੀ ਚੜਾ ਕੇ ਮਾਰਸਾ ਜਾ ਕੇ ਗੱਡੀ ਚੜਾ ਕੇ ਮਾਰਨੀ। ਇੱਕ ਤੇਲੀਆਂ ਦੇ ਤੇ ਦੋ ਮੁੰਡੇ ਘੁਲਦੇ ਖੇਡਦੇ ਹੁੰਦੇ, ਦੋ ਦਾਦੇ ਮੋਰ, ਉਹ ਜਾਨੀ ਇਹ ਫੱਕਰ ਤੋਂ ਇਲਾਵਾ ਚੋਰੀਆਂ ਵਾਗੇ ਦੂਜੇ ਤੇ ਵੀ ਗਏ। ਉਹ ਘੁਲਦੇ ਖੇਡਦੇ ਕਹਿੰਦੇ ਆਪਾਂ ਨੂੰ ਮਾਰਨਾ ਕਹਿੰਦੇ, ਉਹ ਬੱਲੇ ਬੱਲੇ ਵਾਗੇ ਆਪਦੇ ਆਪ ਹੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਗੁਰਦਿੱਤ ਸਿੰਘ ਸੇਖੋਂ। ਸੋ ਇਹ ਸੀ ਪਿੰਡ ਦਲੇਰ ਸਿੰਘ ਵਾਲਾ ਦੀ ਡਾਕੂਮੈਂਟਰੀ। ਇਸ ਡਾਕੂਮੈਂਟਰੀ ਦੇ ਵਿੱਚ ਸਾਡਾ ਸਾਥ ਦਿੱਤਾ ਵਿਸਾਖਾ ਸਿੰਘ ਢਾਲੀਵਾਲ, ਨਾਰ ਸਿੰਘ, ਮਹਿੰਦਰ ਸਿੰਘ ਜਵੰਦਾ, ਕੌਰ ਸਿੰਘ ਤਲਵੰਡੀ ਅਕਲੀਆ, ਜੰਗ ਸਿੰਘ, ਕੁਲਦੀਪ ਸਿੰਘ ਤਲਵੰਡੀ ਅਕਲੀਆ, ਕਿਰਪਾਲ ਸਿੰਘ ਵੀਰ, ਕੈਮਰਾਮੈਨ ਨਿਰਮਲ ਸਿੰਘ, ਆਡੀਟਰ ਅਰਸ਼ਦੀਪ ਸਿੰਘ, ਮੇਵਾ ਸਿੰਘ ਚਾਲ। ਸੋ ਇਸ ਡਾਕੂਮੈਂਟਰੀ ਦੇ ਵਿੱਚ ਜੇ ਕੋਈ ਕਮੀ ਰਹੀ ਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਗੱਲਬਾਤ ਤੁਸੀਂ ਦੱਸਣੀ ਹੋਈ ਤਾਂ ਕਮੈਂਟ ਬਾਕਸ ਦੇ ਵਿੱਚ ਉਹ ਤੁਸੀਂ ਦੱਸਣੀ। ਇਸ ਤੋਂ ਇਲਾਵਾ ਸਾਡਾ ਚੈਨਲ ਪੰਜਾਬ ਸੱਤ ਵੀ ਸਬਸਕ੍ਰਾਈਬ ਕਰਨਾ, ਲਾਈਕ ਐਂਡ ਸ਼ੇਅਰ ਦਾ ਬਟਨ ਵੀ ਦੱਬਣਾ। ਸੋ ਇਸ ਡਾਕੂਮੈਂਟਰੀ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ।